ਦੱਖਣੀ ਭਾਰਤ ਦੇ ਰਾਜਾਂ ਦੇ ਵਿੱਚ ਦੋ ਸਾਮਰਾਜ ਜਿਹੜੇ ਹੋਏ ਸਨ, ਵਿਜੇਨਗਰ ਸਾਮਰਾਜ ਅਤੇ ਬਾਹਮਣੀ ਸਾਮਰਾਜ। ਅਸੀਂ ਅੱਜ ਬਾਹਮਣੀ ਸਾਮਰਾਜ ਦੇ ਬਾਰੇ ਵਿਸਥਾਰਪੂਰਵਕ ਗੱਲ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 13ਵੀਂ ਸਦੀ ਦੇ ਵਿੱਚ ਦੱਖਣ ਦੇ ਵਿੱਚ ਕੁਝ ਰਾਜ ਇੰਡੀਪੈਂਡੈਂਟ ਸੁਤੰਤਰ ਸਨ, ਲੇਕਿਨ ਮੁਹੰਮਦ ਬਿਨ ਤੁਗਲਕ ਦੇ ਸਮੇਂ ਬਹੁਤ ਸਾਰੇ ਰਾਜਾਂ ਨੂੰ ਸਾਮਰਾਜ ਵਿੱਚ ਮੁਹੰਮਦ ਤੁਗਲਕ ਨੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਲੇਕਿਨ ਬਾਅਦ ਦੇ ਵਿੱਚ ਦੋ ਸਾਮਰਾਜਾਂ ਦਾ ਉਥਾਨ ਹੋਇਆ, ਵਿਜੇਨਗਰ ਸਾਮਰਾਜ ਅਤੇ ਬਾਹਮਣੀ ਸਾਮਰਾਜ। ਤਾਂ ਅੱਜ ਅਸੀਂ ਬਾਹਮਣੀ ਸਾਮਰਾਜ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਅਸੀਂ ਕਰ ਰਹੇ ਹਾਂ ਕਿ ਬਾਹਮਣੀ ਸਾਮਰਾਜ ਦਾ ਉਥਾਨ, ਰਾਈਜ਼ ਆਫ ਬਾਹਮਣੀ ਅੰਪਾਇਰ। ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਉਸ ਸਮੇਂ ਕਿ ਮੁਹੰਮਦ ਬਿਨ ਤੁਗਲਕ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਉੱਥੋਂ ਦੇ ਸਰਦਾਰਾਂ ਨੇ ਬਗਾਵਤ ਕਰ ਦਿੱਤੀ ਸੀ ਅਤੇ ਦੌਲਤਾਬਾਦ ਨਗਰ ਉੱਤੇ ਕਬਜ਼ਾ ਕਰ ਲਿਆ ਸੀ। ਤਾਂ ਵਿਦਰੋਹੀ ਜਿਹੜੇ ਸਰਦਾਰ ਸਨ, ਉਹਨਾਂ ਨੇ ਉਸ ਸਮੇਂ ਇਸਮਾਇਲ ਨਾਮੀ ਸਰਦਾਰ ਨੂੰ ਨਸੀਰ ਉਦੀਨ ਸ਼ਾਹ ਦੇ ਖਿਤਾਬ ਨਾਲ ਗੱਦੀ ਉੱਤੇ ਬਿਠਾ ਦਿੱਤਾ ਸੀਗਾ। ਲੇਕਿਨ ਬਹੁਤ ਬਜ਼ੁਰਗ ਹੋਣ ਦੇ ਕਾਰਨ ਉਹ ਇਹਨਾਂ ਦੀ ਜਿਹੜੀ ਗੱਦੀ ਸੀਗੀ ਉਸ ਸਮੇਂ ਦੀ ਬਾਹਮਣੀ ਸਾਮਰਾਜ ਦੀ, ਉਸ ਨੂੰ ਚਲਾਉਣ ਦੇ ਉਹ ਕਾਬਲ ਨਹੀਂ ਸੀ। ਤਾਂ ਉਸਨੇ ਇੱਕ ਨੌਜਵਾਨ ਸਰਦਾਰ ਹਸਨ ਨੂੰ ਰਾਜ ਆਪਣਾ ਸੌਂਪ ਦਿੱਤਾ ਸੀਗਾ ਅਤੇ ਉਸਨੇ 3 ਅਗਸਤ 1347 ਈਸਵੀ ਨੂੰ ਹਸਨ ਅਬੁਲ ਮੁਜ਼ੱਫਰ ਅਲਾਉਦੀਨ ਬਾਹਮਣ ਸ਼ਾਹ ਦੇ ਨਾਂ ਨਾਲ ਸ਼ਾਸਕ ਬਣਿਆ ਅਤੇ ਉਸਨੇ ਬਾਹਮਣੀ ਸਾਮਰਾਜ ਦੀ ਨੀਂਹ ਰੱਖੀ ਸੀ। ਪ੍ਰਸਿੱਧ ਇਤਿਹਾਸਕਾਰ ਔਰ ਪ੍ਰਸਿੱਧ ਵਿਦਵਾਨ ਫਰਿਸ਼ਤਾ ਇਹ ਕਹਿੰਦਾ ਹੈ ਕਿ ਹਸਨ ਦਿੱਲੀ ਦੇ ਇੱਕ ਬ੍ਰਾਹਮਣ ਗੰਗੂ ਜਿਹੜਾ ਸੀ, ਉਸ ਦੇ ਕੋਲ ਨੌਕਰ ਸੀਗਾ ਅਤੇ ਜਦੋਂ ਖੇਤੀਬਾੜੀ ਕਰ ਰਿਹਾ ਸੀ ਤਾਂ ਉਸ ਨੂੰ ਕੁਝ ਸੋਨੇ ਦੀਆਂ ਮੋਹਰਾਂ ਪ੍ਰਾਪਤ ਹੋਈਆਂ ਔਰ ਹਸਨ ਨੇ ਉਹ ਮੋਹਰਾਂ ਗੰਗੂ ਬ੍ਰਾਹਮਣ ਨੂੰ ਵਾਪਸ ਕਰ ਦਿੱਤੀਆਂ ਸੀਗੀਆਂ ਅਤੇ ਉਸ ਦੀ ਇਮਾਨਦਾਰੀ ਤੋਂ, ਹਸਨ ਦੀ ਇਮਾਨਦਾਰੀ ਤੋਂ ਉਸ ਸਮੇਂ ਗੰਗੂ ਬ੍ਰਾਹਮਣ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਨੌਕਰੀ ਰਖਵਾ ਦਿੱਤਾ ਗਿਆ ਮੁਹੰਮਦ ਬਿਨ ਤੁਗਲਕ ਦੇ ਕੋਲ। ਅਤੇ ਨਾਲ ਹੀ ਭਵਿੱਖਬਾਣੀ ਕੀਤੀ ਸੀ ਕਿ ਹਸਨ ਇੱਕ ਦਿਨ ਜ਼ਰੂਰ ਬਾਦਸ਼ਾਹ ਬਣੇਗਾ। ਆਪਣੀ ਯੋਗਤਾ ਦੇ ਨਾਲ ਹਸਨ ਬਾਅਦ ਦੇ ਵਿੱਚ ਬਾਦਸ਼ਾਹ ਵੀ ਬਣਿਆ, ਲੇਕਿਨ ਬਹੁਤ ਸਾਰੇ ਇਤਿਹਾਸਕਾਰ ਇਸ ਕਥਨ ਨੂੰ ਉਚਿਤ ਨਹੀਂ ਮੰਨਦੇ। ਉਹਨਾਂ ਦੇ ਅਨੁਸਾਰ ਕਹਿੰਦੇ ਕਿ ਈਰਾਨ ਦੇ ਬਾਦਸ਼ਾਹ ਬਾਹਮਣ ਬਿਨ ਇਸ ਫੰਦਿਆਰ ਵੰਸ਼ ਨਾਲ ਸੰਬੰਧ ਰੱਖਦਾ ਸੀਗਾ ਹਸਨ, ਜਿਹੜਾ ਕਿ ਬਾਅਦ ਦੇ ਵਿੱਚ ਬਾਦਸ਼ਾਹ ਬਣਿਆ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਗੁਲਬਰਗ ਦੀ ਰਾਜਧਾਨੀ ਤੋਂ ਰਾਜ ਕਰਨ ਵਾਲੇ ਸੁਲਤਾਨ, ਦ ਬਾਹਮਨੀ ਸੁਲਤਾਨਜ਼ ਆਫ ਗੁਲਬਰਗਾ। ਕਹਿੰਦੇ ਕਿ ਉਸ ਸਮੇਂ 1347 ਈਸਵੀ ਤੋਂ 1422 ਈਸਵੀ ਤੱਕ ਬਾਹਮਣੀ ਸੁਲਤਾਨਾਂ ਨੇ ਗੁਲਬਰਗਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਅਤੇ ਇਨ ਬਿਟਵੀਨ ਉੱਥੇ ਕਿਹੜੇ ਰਾਜਿਆਂ ਨੇ ਰਾਜ ਕੀਤਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਅਲਾਉਦੀਨ ਬਾਹਮਣ ਸ਼ਾਹ। ਸਟੂਡੈਂਟਸ ਤੁਸੀਂ ਇਹਨਾਂ ਨੂੰ ਨੋਟ ਵੀ ਨਾਲ ਕਰ ਲੈਣਾ ਕਿ ਸਭ ਤੋਂ ਪਹਿਲਾਂ ਗੁਲਬਰਗਾ ਦੀ ਰਾਜਧਾਨੀ ਤੋਂ ਰਾਜ ਕਰਨ ਵਾਲੇ ਸੁਲਤਾਨਾਂ ਦੇ ਵਿੱਚ ਪਹਿਲਾ ਨਾਮ ਹੈ ਅਲਾਉਦੀਨ ਬਾਹਮਣ ਸ਼ਾਹ, ਜਿਨ੍ਹਾਂ ਨੇ 1347 ਈਸਵੀ ਤੋਂ 1358 ਈਸਵੀ ਤੱਕ ਸ਼ਾਸਨ ਕੀਤਾ ਸੀ। ਕਿ ਉਸ ਅਲਾਉਦੀਨ ਬਾਹਮਣ ਸ਼ਾਹ ਜਿਹੜਾ ਉਹ ਪਹਿਲਾ ਸਭ ਤੋਂ ਇੰਪੋਰਟੈਂਟ ਉਸ ਸਮੇਂ ਦਾ ਬਾਦਸ਼ਾਹ ਮੰਨਿਆ ਗਿਆ ਹੈ ਬਾਹਮਣੀ ਸਾਮਰਾਜ ਦਾ, ਜਿਸ ਨੇ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਗੁਆਂਢੀ ਰਾਜਾਂ ਦੇ ਨਾਲ ਯੁੱਧ ਲੜੇ ਅਤੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕਰ ਰਹੀ ਸੀਗੀ। ਉਸਨੇ ਨਾਸਿਕ ਪ੍ਰਦੇਸ਼ ਵਿੱਚ ਮੁਹਿੰਮ ਭੇਜੀ ਅਤੇ ਨਾਲ ਹੀ ਉਸਨੇ ਬਗਲਾਨਾ ਤੋਂ ਪਾਰ ਤਰ ਦੇ ਇਲਾਕੇ ਜਿਹੜੇ ਸੀ ਉਹ ਉਸਨੇ ਜਿੱਤ ਲਏ ਸੀ। ਉਸਨੇ ਵਿਜੇਨਗਰ ਦੇ ਰਾਜੇ ਹਰੀਹਰ ਨੂੰ ਹਰਾ ਕੇ ਉਸ ਸਮੇਂ ਤੁੰਗਭਦਰਾ ਨਦੀ ਤੱਕ ਦੇ ਇਲਾਕੇ ਜਿਹੜੇ ਸੀ ਉਹ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਸੀਗੇ। ਇਸ ਤਰ੍ਹਾਂ ਉਸਨੇ ਆਪਣੇ ਰਾਜ ਪ੍ਰਾਂਤ ਨੂੰ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ, ਗੁਲਬਰਗਾ, ਦੌਲਤਾਬਾਦ, ਬਿਰਾਰ ਅਤੇ ਬਿਦਰ। ਇਹਨਾਂ 4 ਪਾਰਟਸ ਦੇ ਵਿੱਚ, 4 ਭਾਗਾਂ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਨੂੰ ਵੰਡਿਆ ਹੋਇਆ ਸੀ। ਸੈਕਿੰਡ ਹੈ ਸਾਡੇ ਕੋਲ ਮੁਹੰਮਦ ਸ਼ਾਹ ਪਹਿਲਾ 1358 ਤੋਂ 1377 ਈਸਵੀ। ਮੁਹੰਮਦ ਸ਼ਾਹ ਪਹਿਲਾ ਉਹ ਕਹਿੰਦੇ ਅਲਾਉਦੀਨ ਬਾਹਮਣ ਸ਼ਾਹ ਦੀ ਜਦੋਂ ਮੌਤ ਹੋ ਗਈ 1358 ਈਸਵੀ ਵਿੱਚ, ਤਾਂ ਉਸ ਦਾ ਲੜਕਾ ਮੁਹੰਮਦ ਸ਼ਾਹ ਪਹਿਲਾ ਸੁਲਤਾਨ ਬਣਿਆ ਸੀਗਾ। ਉਹ ਬਹੁਤ ਹੀ ਹਿੰਮਤ ਵਾਲਾ ਸੀ ਔਰ ਬਹੁਤ ਹੀ ਬਹਾਦਰ ਸੀਗਾ ਔਰ ਉਸ ਦੀ ਚਾਹ ਸੀ ਕਿ ਉਹ ਬਹੁਤ ਵੱਡੇ ਇਲਾਕੇ ਨੂੰ ਜਿੱਤਦਾ
ਅਤੇ ਉਸਨੇ ਵਰੰਗਲ ਅਤੇ ਵਿਜੇਨਗਰ ਦੇ ਹਿੰਦੂ ਰਾਜਾਂ ਵਿਰੁੱਧ ਬਹੁਤ ਹੀ ਸਫਲਤਾਪੂਰਵਕ ਯੁੱਧ ਲੜੇ ਸੀ ਅਤੇ ਵਿਦਰੋਹੀਆਂ ਦਾ ਸਖਤੀ ਨਾਲ ਉਸਨੇ ਦਮਨ ਕੀਤਾ ਸੀ। ਔਰ ਮੁਹੰਮਦ ਸ਼ਾਹ ਪਹਿਲਾ ਇੱਕ ਬਹੁਤ ਹੀ ਯੋਗ, ਕਾਬਿਲ ਅਤੇ ਇਮਾਨਦਾਰ ਸ਼ਾਸਕ ਸੀਗਾ ਕਿ ਜਿਸ ਨੇ ਆਪਣੇ ਸਮੇਂ ਦੇ ਵਿੱਚ ਬਾਹਮਣੀ ਸਾਮਰਾਜ ਨੂੰ ਉન્નਤੀ ਦੀਆਂ ਲੀਹਾਂ ਤੇ ਬੜੇ ਅੱਛੇ ਤਰੀਕੇ ਨਾਲ ਉਸਨੇ ਚਲਾਇਆ ਸੀਗਾ। ਉਹ ਨਾਲ ਹੀ ਉਸਨੇ ਰਾਜ ਪ੍ਰਣਾਲੀ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਵਿਕਸਿਤ ਕੀਤਾ। ਵਿਦਵਾਨਾਂ ਦੀ ਸੰਗਤ ਵਿੱਚ ਰਹਿਣਾ ਉਸਨੂੰ ਪਸੰਦ ਸੀਗਾ, ਇਸ ਕਰਕੇ ਉਸ ਸਮੇਂ ਸਾਹਿਤ ਦੀ ਵੀ ਉન્નਤੀ ਹੋਈ ਸੀਗੀ। ਸੱਭਿਆਚਾਰਕ ਕੇਂਦਰ ਬਣ ਗਿਆ ਸੀ ਉਸ ਸਮੇਂ ਬਾਹਮਣੀ ਸਾਮਰਾਜ। ਉਸ ਤੋਂ ਬਾਅਦ ਥਰਡ ਹੈ ਸਾਡੇ ਕੋਲ ਮੁਹੰਮਦ ਸ਼ਾਹ ਦੂਜਾ। 1378 ਈਸਵੀ ਤੋਂ ਲੈ ਕੇ 1397 ਈਸਵੀ ਤੱਕ ਮੁਹੰਮਦ ਸ਼ਾਹ ਦੂਜਾ ਜਿਸ ਨੇ ਬਾਹਮਣੀ ਸਾਮਰਾਜ ਦੀ ਵਾਗਡੋਰ ਸੰਭਾਲੀ ਸੀਗੀ ਕਿ 1377 ਔਰ 78 ਇਸ ਥੋੜ੍ਹੇ ਜਿਹੇ ਸਮੇਂ ਲਈ ਮੁਜ਼ਾਹਿਦ ਸ਼ਾਹ ਜਿਹੜਾ ਸੀ ਮੁਹੰਮਦ ਸ਼ਾਹ ਪਹਿਲੇ ਦਾ ਬੇਟਾ, ਉਹ ਕੁਝ ਦੇਰ ਲਈ ਰਾਜਗੱਦੀ ਤੇ ਉਸਨੇ ਅਤੇ ਉਸਦੇ ਚਾਚਾ ਦਾਊਦ ਖਾਨ ਨੇ ਰਾਜ ਕੀਤਾ ਸੀ। ਲੇਕਿਨ ਦਾਊਦ ਖਾਨ ਦੀ ਮੌਤ ਤੋਂ ਪਿੱਛੋਂ ਮੰਤਰੀਆਂ ਅਤੇ ਅਮੀਰਾਂ ਨੇ ਉਸਦੇ ਭਰਾ ਮੁਹੰਮਦ ਸ਼ਾਹ ਦੂਜੇ ਨੂੰ ਰਾਜਗੱਦੀ ਉੱਤੇ ਬਿਠਾ ਦਿੱਤਾ ਸੀਗਾ ਅਤੇ ਅਸੀਂ ਦੇਖਦੇ ਹਾਂ ਕਿ ਉਸ ਮੁਹੰਮਦ ਸ਼ਾਹ ਦੂਜੇ ਨੇ ਲਗਭਗ 20 ਸਾਲ ਸ਼ਾਂਤੀਪੂਰਵਕ ਉਸਨੇ ਰਾਜ ਚਲਾਇਆ ਸੀ। ਇਸ ਸਮੇਂ ਦੇ ਦੌਰਾਨ ਉਸਨੇ ਕਿਸੇ ਤਰ੍ਹਾਂ ਕਿਸੇ ਰਾਜ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਸੀਗਾ ਅਤੇ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਉਸਨੇ ਬਹੁਤ ਸਾਰੇ ਸਕੂਲਾਂ ਦਾ, ਬਹੁਤ ਸਾਰੀਆਂ ਮਸਜਿਦਾਂ ਦਾ ਜਿਹੜਾ ਨਿਰਮਾਣ ਵੀ ਉਸ ਸਮੇਂ ਉਹ ਕਰਵਾਇਆ ਸੀ। ਉਸ ਤੋਂ ਬਾਅਦ ਚੌਥਾ ਹੈ ਸਾਡੇ ਕੋਲ ਫਿਰੋਜ਼ ਸ਼ਾਹ। ਫਿਰੋਜ਼ ਸ਼ਾਹ 1397 ਈਸਵੀ ਤੋਂ ਲੈ ਕੇ 1422 ਈਸਵੀ ਤੱਕ ਫਿਰੋਜ਼ ਸ਼ਾਹ ਨੇ ਰਾਜ ਕੀਤਾ ਸੀਗਾ ਕਿ ਮੁਹੰਮਦ ਸ਼ਾਹ ਦੂਜੇ ਦੀ ਜਦੋਂ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਸਦੇ ਦੋ ਪੁੱਤਰ ਸੀ ਗਿਆਸੁਦੀਨ ਅਤੇ ਸ਼ਮਸ-ਉਦ-ਦੀਨ। ਉਹਨਾਂ ਦੋਨਾਂ ਨੂੰ ਉਸ ਸਮੇਂ ਜੋ ਥੋੜ੍ਹੀ ਦੇਰ ਲਈ ਗੱਦੀ ਤੇ ਰਹੇ ਤਾਂ ਉਹਨਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਫਿਰੋਜ਼ ਸ਼ਾਹ ਗੱਦੀ ਦੇ ਉੱਪਰ ਬੈਠਿਆ ਸੀ। ਫਿਰੋਜ਼ ਸ਼ਾਹ ਨੇ ਬਹੁਤ ਹੀ ਸਫਲਤਾਪੂਰਵਕ ਕਈ ਸਾਲਾਂ ਤੱਕ ਰਾਜ ਕੀਤਾ ਸੀਗਾ ਅਤੇ ਉਸ ਨੇ ਆਪਣੇ ਸਮੇਂ ਦੇ ਦੌਰਾਨ ਬਾਹਮਣੀ ਸਾਮਰਾਜ ਨੂੰ ਬਹੁਤ ਉન્નਤੀ ਬਖਸ਼ੀ ਸੀ ਉਸਨੇ ਅਤੇ ਉਸਨੇ 1398 ਅਤੇ 1406 ਈਸਵੀ ਦੇ ਵਿੱਚ ਵਿਜੇਨਗਰ ਸਾਮਰਾਜ ਦੇ ਖਿਲਾਫ ਦੋ ਬਹੁਤ ਹੀ ਮਹਾਨ ਯੁੱਧ ਲੜੇ ਸੀਗੇ, ਜਿਸ ਦੇ ਵਿੱਚ ਵਿਜੇਨਗਰ ਦੇ ਰਾਜੇ ਨੇ 1420 ਈਸਵੀ ਜਿਹੜਾ ਦੂਸਰਾ ਯੁੱਧ ਸੀ ਉਸ ਦੇ ਵਿੱਚ ਫਿਰੋਜ਼ ਸ਼ਾਹ ਬੁਰੀ ਤਰ੍ਹਾਂ ਹਾਰ ਗਿਆ ਸੀ ਅਤੇ ਇਸ ਹਾਰ ਨੇ ਫਿਰੋਜ਼ ਸ਼ਾਹ ਦੇ ਦਿਮਾਗ ਦੇ ਉੱਪਰ ਬਹੁਤ ਹੀ ਗਹਿਰਾ ਅਸਰ ਪਾਇਆ ਸੀਗਾ, ਜਿਸ ਕਰਕੇ ਉਸਨੇ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਆਪਣਾ ਉਸਨੇ ਇਨਵੋਲਵਮੈਂਟ, ਉਸਨੇ ਦਖਲਅੰਦਾਜ਼ੀ ਦੇਣੀ ਛੱਡ ਦਿੱਤੀ ਸੀ ਤੇ ਬਾਅਦ ਦੇ ਵਿੱਚ ਉਸਨੇ ਆਪਣੀ ਜਿਹੜੀ ਰਾਜਗੱਦੀ ਹੈਗੀ ਹੈ ਉਹ ਅਹਿਮਦ ਨੂੰ ਦੇ ਦਿੱਤੀ ਸੀ ਅਤੇ ਕੁਝ ਹੀ ਦਿਨਾਂ ਦੇ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਫਿਰੋਜ਼ ਸ਼ਾਹ ਨਿਰਸੰਦੇਹ ਹੀ ਬਾਹਮਣੀ ਸਾਮਰਾਜ ਦਾ ਸਭ ਤੋਂ ਬੁੱਧੀਮਾਨ ਸੁਲਤਾਨ ਸੀ ਔਰ ਉਹ ਸੰਗੀਤ ਦਾ ਵੀ ਪ੍ਰੇਮੀ ਸੀ। ਇਹ ਤਾਂ ਸੀ ਗੁਲਬਰਗਾ ਦੀ ਰਾਜਧਾਨੀ ਤੋਂ ਰਾਜ ਕਰਨ ਵਾਲੇ ਜਿਹੜੇ ਸ਼ਾਸਕ ਸੀਗੇ। ਹੁਣ ਅਸੀਂ ਕਰਦੇ ਹਾਂ ਕਿ ਬਿਦਰ ਦੀ ਰਾਜਧਾਨੀ ਤੋਂ ਰਾਜ ਕਰਨ ਵਾਲੇ ਸੁਲਤਾਨ, ਕਿ ਦ ਬਾਹਮਣੀ ਸੁਲਤਾਨਸ ਆਫ ਬਿਦਰ। ਜਿਵੇਂ ਕਿ ਪਹਿਲਾਂ ਆਪਾਂ ਹੁਣੇ ਕਰ ਚੁੱਕੇ ਹਾਂ ਕਿ ਗੁਲਬਰਗਾ ਦੀ ਰਾਜਧਾਨੀ ਤੋਂ ਕਿਹੜੇ ਬਾਦਸ਼ਾਹ ਨੇ ਬਾਹਮਣੀ ਸਾਮਰਾਜ ਦੇ ਵਿੱਚ ਰਾਜ ਕੀਤਾ, ਤਾਂ ਹੁਣ ਅਸੀਂ ਕਰ ਰਹੇ ਹਾਂ ਕਿ ਬਿਦਰ ਦੀ ਰਾਜਧਾਨੀ ਤੋਂ ਰਾਜ ਕਰਨ ਵਾਲੇ ਸੁਲਤਾਨ। ਇਹ ਵੀ ਵਿਦਿਆਰਥੀਓ ਤੁਸੀਂ ਨਾਲ ਜਿਹੜੇ ਪੁਆਇੰਟਸ ਹੈਗੇ ਇਹ ਨੋਟ ਕਰਦੇ ਜਾਣੇ ਆ ਕਿਉਂਕਿ ਪ੍ਰੀਖਿਆ ਦੇ ਵਿੱਚ ਇਹ ਕੰਮ ਆਉਣਗੇ ਤੁਹਾਨੂੰ। ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਅਹਿਮਦ ਸ਼ਾਹ। 1422 ਈਸਵੀ ਤੋਂ 1436 ਈਸਵੀ ਤੱਕ ਅਹਿਮਦ ਸ਼ਾਹ ਨੇ ਰਾਜ ਕੀਤਾ ਸੀਗਾ। ਉਸਨੇ ਲਗਭਗ 14 ਸਾਲ ਰਾਜ ਕੀਤਾ ਸੀਗਾ ਕਿ ਉਸਨੇ ਫਿਰੋਜ਼ ਸ਼ਾਹ ਦੇ ਸਮੇਂ ਜਿਹੜੀ ਹਾਰ ਹੋਈ ਸੀ ਵਿਜੇਨਗਰ ਤੋਂ ਉਸ ਦਾ ਬਦਲਾ ਅਹਿਮਦ ਸ਼ਾਹ ਨੇ ਲਿਆ ਸੀਗਾ। ਉਸਨੇ ਵਿਜੇਨਗਰ ਦਾ ਜਿਹੜਾ ਉਸ ਸਮੇਂ ਹਾਕਮ ਸੀ, ਜਿਹੜਾ ਰਾਜਾ ਸੀ, ਉਸ ਨੂੰ ਬੁਰੀ ਤਰ੍ਹਾਂ ਹਰਾਇਆ। ਉਸਨੇ ਵਰੰਗਲ ਨੂੰ ਆਪਣੇ ਅੰਡਰ ਕਰ ਲਿਆ ਸੀ। ਜਦੋਂ ਉਸਨੇ ਵਰੰਗਲ ਨੂੰ ਜਿੱਤ ਲਿਆ ਤਾਂ ਅਹਿਮਦ ਸ਼ਾਹ ਨੇ 1425 ਈਸਵੀ ਵਿੱਚ ਗੁਲਬਰਗਾ ਦੀ ਜਗ੍ਹਾ ਤੇ ਬਿਦਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਕਿਉਂਕਿ ਬਿਦਰ ਦਾ ਜਿਹੜਾ ਐਟਮੋਸਫੇਅਰ ਸੀ, ਬਿਦਰ ਦੀ ਜਿਹੜੀ ਜਲਵਾਯੂ ਸੀ ਉਹ ਬਹੁਤ ਚੰਗੀ ਸੀਗੀ ਗੁਲਬਰਗਾ ਨਾਲੋਂ ਅਤੇ ਉੱਥੋਂ ਰਾਜ ਕਰਨਾ ਜਿਹੜਾ ਜ਼ਿਆਦਾ ਆਸਾਨ ਸੀ, ਜ਼ਿਆਦਾ ਚੰਗੇ ਤਰੀਕੇ ਨਾਲ ਉੱਥੋਂ ਪੂਰੇ ਰਾਜ ਤੇ ਨਜ਼ਰ ਵੀ ਰੱਖੀ ਜਾ ਸਕਦੀ ਸੀਗੀ। ਲੇਕਿਨ ਅਹਿਮਦ ਸ਼ਾਹ ਦੇ ਕਾਲ ਦੇ ਵਿੱਚ ਹੀ ਦੋ ਤਰ੍ਹਾਂ ਦੇ ਜਿਹੜੇ ਉਸ ਸਮੇਂ ਦਰਬਾਰ ਦੇ ਵਿੱਚ ਧੜੇ ਕਾਇਮ ਹੋ ਗਏ ਸੀ। ਇੱਕ ਸੀ ਦੱਖਣੀ ਦਲ ਅਤੇ ਦੂਸਰਾ ਪ੍ਰਦੇਸੀ ਦਲ। ਦੋਵੇਂ ਇੱਕ ਦੂਜੇ ਦੇ ਬਹੁਤ ਜ਼ਿਆਦਾ ਵਿਰੋਧੀ ਸਨ ਅਤੇ ਲੇਕਿਨ ਉਸ ਦੇ ਬਾਵਜੂਦ ਵੀ ਅਹਿਮਦ ਸ਼ਾਹ ਨੇ ਬਹੁਤ ਸਾਰੇ ਇਲਾਕਿਆਂ ਨੂੰ ਜਿੱਤਿਆ ਸੀ।
ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਅਲਾਉਦੀਨ ਦੂਜਾ 1436 ਈਸਵੀ ਤੋਂ 1458 ਈਸਵੀ ਤੱਕ ਅਲਾਉਦੀਨ ਦੂਜਾ ਨੇ ਰਾਜ ਕੀਤਾ ਸੀਗਾ ਕਿ ਜਦੋਂ ਅਹਿਮਦ ਸ਼ਾਹ ਦੀ ਮੌਤ ਹੋ ਗਈ ਤਾਂ ਉਸ ਦੀ ਮੌਤ ਤੋਂ ਬਾਅਦ ਅਲਾਉਦੀਨ ਦੂਜਾ ਰਾਜਗੱਦੀ ਤੇ ਬੈਠਿਆ ਤੇ ਉਸਨੇ ਲਗਭਗ 22 ਸਾਲ ਉਸਨੇ ਰਾਜ ਕੀਤਾ ਸੀਗਾ। ਲੇਕਿਨ ਜਿਸ ਤਰ੍ਹਾਂ ਕਿ ਆਪਾਂ ਅਹਿਮਦ ਸ਼ਾਹ ਦੇ ਟਾਈਮ ਤੁਹਾਨੂੰ ਦੱਸਿਆ ਕਿ ਜਿਹੜੇ ਦੋ ਦਲ ਉਹ ਵਿਰੋਧੀ ਦਲ ਪੈਦਾ ਹੋ ਗਏ ਸੀਗੇ, ਉਹਨਾਂ ਦੋਨਾਂ ਦੇ ਵਿੱਚ ਵਿਰੋਧੀ ਧੜਿਆਂ ਦੇ ਵਿੱਚ ਆਪਸੀ ਜਿਹੜੀ ਈਰਖਾ ਸੀ, ਆਪਸੀ ਰੰਜਿਸ਼ ਸੀ, ਉਹ ਵੱਧਦੀ ਚਲੀ ਗਈ, ਜਿਸ ਕਰਕੇ ਬਾਅਦ ਦੇ ਵਿੱਚ ਹੌਲੀ ਹੌਲੀ ਇਹਨਾਂ ਕਾਰਨਾਂ ਕਰਕੇ ਆਪਸ ਦੇ ਈਰਖਾ ਔਰ ਰੰਜਿਸ਼ਾਂ ਦੇ ਕਾਰਨ ਬਾਹਮਣੀ ਸਾਮਰਾਜ ਪਤਨ ਦੇ ਵੱਲ ਵੀ ਵਧਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪਿਛਲੇਰੇ ਬਾਹਮਣੀ ਸੁਲਤਾਨ, ਲੇਟਰ ਬਾਹਮਣੀ ਸੁਲਤਾਨਸ। ਪਿਛਲੇਰੇ ਬਾਹਮਣੀ ਸੁਲਤਾਨ ਤੋਂ ਭਾਵ ਕਿ ਜਿਹੜੇ ਅਖੀਰ ਦੇ ਵਿੱਚ ਬਾਅਦ ਦੇ ਵਿੱਚ ਸੁਲਤਾਨ ਬਣੇ, ਉਹਨਾਂ ਦੇ ਵਿੱਚ ਹਮਾਯੂ, ਨਿਜ਼ਾਮ ਸ਼ਾਹ ਅਤੇ ਮੁਹੰਮਦ ਸ਼ਾਹ ਤੀਜੇ ਨਾਮੀ ਸੁਲਤਾਨ ਜਿਹੜੇ ਸੀ, ਉਹਨਾਂ ਨੇ ਬਾਹਮਣੀ ਸਾਮਰਾਜ ਦੇ ਉੱਪਰ ਰਾਜ ਕੀਤਾ ਸੀ। ਲੇਕਿਨ ਬਾਅਦ ਦੇ ਇਨ ਬਿਟਵੀਨ ਅਸੀਂ ਦੇਖਦੇ ਹਾਂ ਕਿ ਮੁਹੰਮਦ ਸ਼ਾਹ ਤੀਜੇ ਦਾ ਇੱਕ ਪ੍ਰਧਾਨ ਮੰਤਰੀ ਸੀ ਮਹਿਮੂਦ ਗਾਮਾ। ਮਹਿਮੂਦ ਗਾਮਾ ਉਹ ਬਹੁਤ ਹੀ ਜ਼ਿਆਦਾ ਏਬਲ, ਬਹੁਤ ਹੀ ਜ਼ਿਆਦਾ ਕੁਆਲਿਟੀ ਰੱਖਣ ਵਾਲਾ ਜਿਹੜਾ ਪ੍ਰਧਾਨ ਮੰਤਰੀ ਸੀ ਔਰ ਉਸਨੇ ਆਪਣੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਉਸ ਸਮੇਂ ਜਿੱਤਾਂ ਪ੍ਰਾਪਤ ਕੀਤੀਆਂ ਸੀ ਔਰ ਬਾਹਮਣੀ ਸਾਮਰਾਜ ਨੂੰ ਉਸਨੇ ਉન્નਤੀ ਦੀਆਂ ਸਿਖਰਾਂ ਤੇ ਲਿਆ ਕੇ ਖੜਾ ਕਰ ਦਿੱਤਾ ਸੀ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਉਸੇ ਮਹਿਮੂਦ ਗਾਮਾ ਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਮਹਿਮੂਦ ਗਾਮਾ ਜਿਹੜਾ ਕਿ ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ ਸੀ ਕਿ ਉਹ ਈਰਾਨ ਦੇ ਗਾਮਾ ਨਾਮੀ ਸਥਾਨ ਦਾ ਨਿਵਾਸੀ ਸੀਗਾ ਅਤੇ ਉਸ ਦੇ ਬਜ਼ੁਰਗ ਜਿਹੜੇ ਸੀਗੇ ਉਹ ਸ਼ਾਹ ਗਿਲਾਨ ਦੇ ਵਜ਼ੀਰ ਸੀ। ਉਹ ਅਲਾਉਦੀਨ ਦੂਜੇ ਦੇ ਰਾਜਕਾਲ ਵਿੱਚ ਭਾਰਤ ਆਇਆ ਸੀ ਔਰ ਆਪਣੀ ਯੋਗਤਾ ਦੇ ਕਾਰਨ, ਆਪਣੀ ਬਹਾਦਰੀ ਦੇ ਕਾਰਨ, ਆਪਣੀ ਸੂਝ-ਬੂਝ ਦੇ ਨਾਲ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ ਸੀਗਾ। ਉਸ ਨੂੰ ਪ੍ਰਧਾਨ ਮੰਤਰੀ ਦੀ ਪਦਵੀ ਪ੍ਰਾਪਤ ਹੋਈ ਅਤੇ ਜਿਸ ਉੱਤੇ ਉਸਨੇ 18 ਸਾਲਾਂ ਤੱਕ ਜਿਹੜਾ ਉਹ ਰਾਜ ਕੀਤਾ ਸੀਗਾ। ਉਹ ਇੱਕ ਬਹੁਤ ਹੀ ਉੱਚ ਕੋਟੀ ਦਾ ਸ਼ਾਸਨ ਪ੍ਰਬੰਧਕ ਸੀ ਔਰ ਆਪਣੇ ਸਮੇਂ ਦੇ ਦੌਰਾਨ ਉਸਨੇ ਅਮੀਰਾਂ ਅਤੇ ਜਿਹੜੇ ਸਰਦਾਰ ਸੀ ਜਿਹੜੇ ਕਿ ਉਸ ਸਮੇਂ ਬਾਹਮਣੀ ਸਾਮਰਾਜ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਸੀਗੇ, ਉਸ ਮਹਿਮੂਦ ਗਾਮਾ ਨੇ ਬੜੇ ਹੀ ਯੋਗ ਤਰੀਕੇ ਦੇ ਨਾਲ ਉਹਨਾਂ ਸਾਰੀਆਂ ਸਾਜ਼ਿਸ਼ਾਂ ਨੂੰ ਦਬਾ ਦਿੱਤਾ ਸੀ ਅਤੇ ਬਾਹਮਣੀ ਸਾਮਰਾਜ ਨੂੰ ਬਿਲਕੁਲ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਸੀਗਾ। ਉਹ ਇੱਕ ਸਫਲ ਸੈਨਾਪਤੀ ਵੀ ਸੀ ਔਰ ਨਾਲ ਹੀ ਨਾਲ ਉਸਨੇ ਖੇਤੀਬਾੜੀ ਦੇ ਪ੍ਰਤੀ, ਜ਼ਮੀਨਾਂ ਦੇ ਪ੍ਰਤੀ ਬਹੁਤ ਸਾਰੇ ਸੁਧਾਰ ਕੀਤੇ। ਉਸਨੇ ਪੈਮਾਇਸ਼ ਕਰਵਾਈ ਭੂਮੀ ਦੀ ਔਰ ਕਿਉਂਕਿ ਉਸ ਤੋਂ ਪਹਿਲਾਂ ਕਿਸਾਨਾਂ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਸ਼ੋਸ਼ਣ ਹੁੰਦਾ ਸੀ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿ ਓਵਰਆਲ ਅਸੀਂ ਦੇਖੀਏ ਤਾਂ ਮਹਿਮੂਦ ਗਾਮਾ ਇੱਕ ਪੂਰੀ ਤਰ੍ਹਾਂ ਸੰਪੰਨ ਕਹਿ ਸਕਦੇ ਹਾਂ ਆਪਾਂ ਕਿ ਬਾਹਮਣੀ ਸਾਮਰਾਜ ਦਾ ਆਪਣਾ ਇੱਕ ਯੋਗ ਅਤੇ ਕਾਬਲ ਸੁਰੱਖਿਆ ਕਰਨ ਵਾਲਾ ਜਿਹੜਾ ਪ੍ਰਧਾਨ ਮੰਤਰੀ ਸੀ ਉਸ ਸਮੇਂ। ਲੇਕਿਨ ਉਸ ਦੇ ਇਹਨਾਂ ਗੁਣਾਂ ਦੇ ਕਾਰਨ ਹੀ ਵੱਧ ਰਹੀ ਸ਼ਕਤੀ ਦੇ ਕਾਰਨ ਜਿਹੜੇ ਉਸ ਸਮੇਂ ਅਮੀਰ ਔਰ ਸਰਦਾਰ ਸੀਗੇ ਉਹ ਇਸ ਦੇ ਖਿਲਾਫ ਹੋ ਗਏ ਸੀ ਔਰ ਉਹਨਾਂ ਨੇ ਮਹਿਮੂਦ ਗਾਮਾ ਦੇ ਵਿਰੁੱਧ ਸਾਜ਼ਿਸ਼ ਰਚੀ ਔਰ ਉਸ ਸਾਜ਼ਿਸ਼ ਦੇ ਤਹਿਤ ਇਸ ਨੂੰ 5 ਅਪ੍ਰੈਲ 1481 ਈਸਵੀ ਨੂੰ ਮਹਿਮੂਦ ਗਾਮਾ ਨੂੰ ਫਾਂਸੀ ਲਗਵਾ ਦਿੱਤੀ ਗਈ ਸੀਗੀ ਅਤੇ ਉਸ ਦੀ ਮੌਤ ਦੇ ਨਾਲ ਹੀ ਸਾਮਰਾਜ ਦੀ ਏਕਤਾ ਔਰ ਅਖੰਡਤਾ ਨੂੰ ਭਾਰੀ ਸੱਟ ਵੱਜੀ, ਜਿਸ ਦੇ ਕਾਰਨ ਹੌਲੀ ਹੌਲੀ ਬਾਹਮਣੀ ਸਾਮਰਾਜ ਦਾ ਇਹ ਉਹ ਲਾਸਟ ਸਮਾਂ ਸੀ ਜਿਸ ਤੋਂ ਬਾਹਮਣੀ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਇਸੇ ਤਰ੍ਹਾਂ ਨੈਕਸਟ ਇਹਦੇ ਨਾਲ ਹੀ ਸਾਡਾ ਟੌਪਿਕ ਆਉਂਦਾ ਹੈ ਕਿ ਬਾਹਮਣੀ ਸਾਮਰਾਜ ਦੇ ਪਤਨ ਦੇ ਕਾਰਨ, ਕਾਜ਼ਸ ਆਫ ਦ ਡਿਕਲਾਈਨ ਆਫ ਬਾਹਮਣੀ ਕਿੰਗਡਮ। ਬਾਹਮਣੀ ਸਾਮਰਾਜ ਦੇ ਪਤਨ ਦੇ ਕੀ ਕਾਰਨ ਸਨ? ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਬਾਹਮਣੀ ਸੁਲਤਾਨਾਂ ਦਾ ਤਾਨਾਸ਼ਾਹੀ ਸ਼ਾਸਨ, ਡਿਸਪੋਟਿਕ ਰੂਲ ਆਫ ਦਾ ਬਾਹਮਣੀ ਸੁਲਤਾਨਸ। ਉਸ ਸਮੇਂ ਦੇ ਜਿਹੜੇ ਸੁਲਤਾਨ ਸੀ ਤਾਨਾਸ਼ਾਹੀ ਸ਼ਾਸਨ ਸੀ, ਭਾਵ ਕਿ ਸ਼ਕਤੀ ਦੇ ਆਧਾਰਿਤ ਹੀ, ਸੈਨਿਕ ਸ਼ਕਤੀ ਦੇ ਆਧਾਰਿਤ ਜਿਹੜੇ ਉਸ ਸਮੇਂ ਰਾਜ ਚੱਲਦੇ ਸੀਗੇ ਅਤੇ ਇਸ ਕਰਕੇ ਉਸ ਸਮੇਂ ਲੋਕਾਂ ਦੀ ਭਲਾਈ ਵੱਲ ਉਹਨਾਂ ਸੁਲਤਾਨਾਂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਸੀਗਾ। ਸਾਰੇ ਸੁਲਤਾਨ ਜਿਹੜੇ ਉਹ ਉਸ ਸਮੇਂ ਸ਼ਰਾਬ ਨੋਸ਼ੀ ਅਤੇ ਭੋਗ ਵਿਲਾਸ ਦੇ ਵਿੱਚ ਹੀ ਆਪਣਾ ਸਮਾਂ ਨਸ਼ਟ ਕਰਦੇ ਸਨ ਅਤੇ ਦੇਖਿਆ ਜਾਵੇ ਤਾਂ ਜਿਹੜਾ ਤਾਨਾਸ਼ਾਹੀ ਡਿਸਪੋਟਿਕ ਰੂਲ ਹੈ ਉਹ ਜ਼ਿਆਦਾ ਦੇਰ ਤੱਕ ਸਥਾਈ ਨਹੀਂ ਹੋ ਸਕਦਾ, ਇਸ ਕਰਕੇ ਪਤਨ ਦਾ ਕਾਰਨ ਬਣਿਆ। ਸੈਕਿੰਡ ਪੁਆਇੰਟ ਹੈ ਸਾਡੇ ਕੋਲ ਕਿ ਰਾਜ ਗੱਦੀ ਲਈ ਲੜਾਈ ਝਗੜੇ, ਕਨਫਲਿਕਟਸ ਫਾਰ ਸਕਸੈਸ਼ਨ, ਕਿ ਬਾਹਮਣੀ ਸੁਲਤਾਨਾਂ ਨੇ ਤਾਨਾਸ਼ਾਹੀ ਸ਼ਾਸਨ ਜਿਹੜਾ ਸਥਾਪਿਤ ਕੀਤਾ ਸੀ ਉਸ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ
ਉਸੇ ਕਰਕੇ ਰਾਜਗੱਦੀ ਦੇ ਲਈ, ਰਾਜਗੱਦੀ ਦੀ ਪ੍ਰਾਪਤੀ ਦੇ ਲਈ ਬਹੁਤ ਸਾਰੇ ਲੜਾਈ ਝਗੜੇ ਜਿਹੜੇ ਅਤੇ ਕਤਲ ਹੁੰਦੇ ਰਹਿੰਦੇ ਸੀਗੇ, ਜਿਸ ਕਰਕੇ ਰਾਜ ਦੀ ਜਿਹੜੀ ਸਥਿਰਤਾ ਸੀ ਕਿ ਰਾਜ ਅੱਛੇ ਤਰੀਕੇ ਨਾਲ ਚੱਲੇ ਉਸ ਤੇ ਬਹੁਤ ਮਾੜਾ ਅਸਰ ਪਿਆ। ਉਸ ਸਮੇਂ ਉਹ ਕਹਿੰਦੇ ਰਾਜ ਦੇ ਕੁੱਲ 18 ਸੁਲਤਾਨਾਂ ਦੇ ਵਿੱਚੋਂ 5 ਸੁਲਤਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ 3 ਸੁਲਤਾਨਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਉਹਨਾਂ ਬਾਅਦ ਦੇ ਵਿੱਚ 2 ਸੁਲਤਾਨਾਂ ਨੂੰ ਅੰਨਾ ਕਰਵਾ ਦਿੱਤਾ ਗਿਆ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਾਜਗੱਦੀ ਦੇ ਲੜਾਈ ਝਗੜਿਆਂ ਦੇ ਕਾਰਨ ਇਹ ਵੀ ਇੱਕ ਕਾਰਨ ਬਣਿਆ ਬਾਹਮਣੀ ਸਾਮਰਾਜ ਦੇ ਪਤਨ ਦਾ। ਉਸ ਤੋਂ ਬਾਅਦ ਥਰਡ ਹੈ ਸਾਡੇ ਕੋਲ ਸੁਲਤਾਨਾਂ ਦੀ ਧਾਰਮਿਕ ਅਸਹਿਣਸ਼ੀਲਤਾ ਕਿ ਰਿਲੀਜੀਅਸ ਇਨਟੋਲਰੈਂਸ ਆਫ ਸੁਲਤਾਨਸ। ਉਸ ਸਮੇਂ ਦੇ ਅਸੀਂ ਦੇਖਦੇ ਹਾਂ ਕਿ ਬਾਹਮਣੀ ਜਿਹੜੇ ਸੁਲਤਾਨ ਸੀ ਉਹ ਕੱਟੜ ਮੁਸਲਮਾਨ ਸੀਗੇ ਅਤੇ ਕਿਸੇ ਵੀ ਹੋਰ ਧਰਮ ਦੀ ਹੋਂਦ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਸੀਗੇ। ਇਸ ਕਰਕੇ ਉਹਨਾਂ ਨੇ ਹਿੰਦੂਆਂ ਦੇ ਮੰਦਿਰ ਜਿਹੜੇ ਸੀ ਉਹ ਢਾਹ ਦਿੱਤੇ ਅਤੇ ਉਹਨਾਂ ਦੀ ਥਾਂ ਤੇ ਉਹਨਾਂ ਨੇ ਮਸਜਿਦਾਂ ਦੀ ਉਸਾਰੀ ਕਰਵਾਈ ਸੀਗੀ। ਇਸ ਲਈ ਜਿਹੜੀ ਹਿੰਦੂ ਪ੍ਰਜਾ ਸੀ ਉਸ ਸਮੇਂ, ਹਿੰਦੂ ਜਨਤਾ ਸੀ, ਉਹ ਸਦਾ ਹੀ ਉਹਨਾਂ ਦੀ ਵਿਰੋਧੀ ਬਣੀ ਰਹੀ। ਇਹ ਵੀ ਇੱਕ ਕਾਰਨ ਬਣਿਆ ਬਾਹਮਣੀ ਸਾਮਰਾਜ ਦੇ ਪਤਨ ਦਾ। ਫੋਰਥ ਰੀਜ਼ਨ ਹੈ ਸਾਡੇ ਕੋਲ ਦਰਬਾਰ ਵਿੱਚ ਧੜੇਬਾਜ਼ੀ ਅਤੇ ਸਾਜ਼ਿਸ਼ਾਂ। ਕਹਿੰਦੇ ਉਸ ਸਮੇਂ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਆਪਸ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਧੜੇਬਾਜ਼ੀ ਸੀ, ਗਰੁੱਪ ਬਣੇ ਹੋਏ ਸੀਗੇ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸੀਗੀਆਂ। ਜਿਵੇਂ ਕਿ ਅਸੀਂ ਲਾਸਟ ਦੇ ਵਿੱਚ ਪਿਛਲਾ ਮਹਿਮੂਦ ਗਵਾਂ ਵਾਲਾ ਜਦੋਂ ਅਸੀਂ ਪੁਆਇੰਟ ਡਿਸਕਸ ਕੀਤਾ ਹੈ ਉਸ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਯੋਗ ਅਤੇ ਕਾਬਲ ਵਿਅਕਤੀ ਨੂੰ ਉਸ ਸਮੇਂ ਸਾਜ਼ਿਸ਼ਾਂ ਦੇ ਤਹਿਤ ਫਾਂਸੀ ਲਗਾ ਦਿੱਤੀ ਗਈ ਸੀ। ਇਹ ਵੀ ਇੱਕ ਉਸ ਸਮੇਂ ਕਾਰਨ ਬਣਿਆ ਸਾਜ਼ਿਸ਼ਾਂ ਜਿਹੜੀਆਂ ਕਿ ਉਸ ਸਮੇਂ ਹੋ ਰਹੀਆਂ ਸੀਗੀਆਂ ਆਪਣਾ ਬਾਹਮਣੀ ਸਾਮਰਾਜ ਦੇ ਪਤਨ ਦਾ। ਉਸ ਤੋਂ ਬਾਅਦ ਨੈਕਸਟ ਹੈ ਪੁਆਇੰਟ ਸਾਡੇ ਕੋਲ ਕਿ ਗੁਆਂਢੀ ਰਾਜਾਂ ਨਾਲ ਨਿਰੰਤਰ ਯੁੱਧ, ਕੌਂਸਟੈਂਟ ਵਾਰਫੇਅਰ ਵਿਦ ਦ ਨੇਬਰਿੰਗ ਸਟੇਟਸ। ਕਿ ਉਸ ਸਮੇਂ ਦੀ ਜਿਹੜੇ ਗੁਆਂਢੀ ਰਾਜ ਸੀ ਉਹਨਾਂ ਦੇ ਨਾਲ ਨਿਰੰਤਰ ਜਿਹੜੇ ਯੁੱਧ ਦੇ ਕਾਰਨ ਵੀ ਇਹ ਵੀ ਕਾਰਨ ਬਣਿਆ, ਜਿਵੇਂ ਵਿਜੇਨਗਰ, ਵਰੰਗਲ, ਉੜੀਸਾ, ਗੁਜਰਾਤ, ਮਾਲਵਾ। ਇਹਨਾਂ ਗੁਆਂਢੀ ਰਾਜਾਂ ਨਾਲ ਲੰਬੇ ਸਮੇਂ ਤੱਕ ਜਿਹੜੇ ਯੁੱਧ ਚੱਲਦੇ ਰਹੇ ਔਰ ਜਦੋਂ ਯੁੱਧ ਲੰਬੇ ਸਮੇਂ ਤੱਕ ਚੱਲਦੇ ਆ ਤੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ, ਜਿਸ ਦੇ ਕਾਰਨ ਅਸੀਂ ਉਸ ਜਿਹੜੇ ਆਪਣਾ ਪ੍ਰਸ਼ਾਸਨ ਔਰ ਰਾਜ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਮੰਦੀ ਹੋ ਜਾਂਦੀ, ਜਿਸ ਦੇ ਨਾਲ ਤਰੱਕੀ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ। ਇਹ ਵੀ ਇੱਕ ਕਾਰਨ ਬਣਿਆ ਸੀਗਾ ਬਾਹਮਣੀ ਸਾਮਰਾਜ ਦੇ ਪਤਨ ਦਾ। 6th ਪੁਆਇੰਟ ਹੈ ਸਾਡੇ ਕੋਲ ਬਾਹਮਣੀ ਸਾਮਰਾਜ ਦੇ ਪਤਨ ਦੇ ਕਾਰਨਾਂ ਦਾ ਕਿ ਮਹਿਮੂਦ ਗਾਵਾਂ ਦੀ ਮੌਤ। ਮਹਿਮੂਦ ਗਾਵਾਂ ਜਿਹੜਾ ਕਿ ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ ਸੀ ਔਰ ਬਹੁਤ ਹੀ ਯੋਗ ਅਤੇ ਕਾਬਲ ਉਹ ਪ੍ਰਧਾਨ ਮੰਤਰੀ ਸੀ, ਲੇਕਿਨ ਉਸ ਨੂੰ ਸਾਜ਼ਿਸ਼ਾਂ ਦੇ ਤਹਿਤ ਉਸ ਦੇ ਖਿਲਾਫ ਪੜਯੰਤਰ ਰਚ ਕੇ ਉਸ ਦੇ ਖਿਲਾਫ ਕਨਸਪੀਰੇਸੀ ਕਰਕੇ ਉਸ ਨੂੰ ਫਾਂਸੀ ਲਗਵਾ ਦਿੱਤੀ ਗਈ ਸੀਗੀ। ਔਰ ਇਸ ਕਰਕੇ ਬਹੁਤ ਸਾਰਾ ਜਿਹੜਾ ਉਸ ਸਮੇਂ ਜਿਸ ਅੱਛੇ ਇੱਕ ਲੀਹਾਂ ਦੇ ਉੱਪਰ ਬਾਹਮਣੀ ਸਾਮਰਾਜ ਨੂੰ ਲੈ ਆਂਦਾ ਸੀਗਾ ਮਹਿਮੂਦ ਗਾਵਾਂ ਨੇ, ਔਰ ਲੇਕਿਨ ਉਸ ਦੀ ਮੌਤ ਦੇ ਨਾਲ ਹੀ ਉਹ ਸਾਰਾ ਢਾਂਚਾ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਸੀਗਾ ਅਤੇ ਉਸ ਰਾਜ ਦੀ ਸ਼ਕਤੀ ਅਤੇ ਸੰਗਠਨ ਦਾ ਅੰਤ ਹੋਣਾ ਸ਼ੁਰੂ ਹੋ ਗਿਆ ਸੀ, ਜਿਸ ਕਰਕੇ ਇਹ ਰਾਜ ਜਿਹੜਾ ਸੀ ਉਹ ਪਤਨ ਦੇ ਰਾਹ 'ਤੇ ਤੁਰਨਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ 7th ਪੁਆਇੰਟ ਹੈ ਸਾਡੇ ਕੋਲ ਮੁਹੰਮਦ ਸ਼ਾਹ ਤੀਜੇ ਦੇ ਕਮਜ਼ੋਰ ਉੱਤਰਾਧਿਕਾਰੀ ਕੇ ਬਖਸ਼ੀ, ਵੀਕ ਸਕਸੈਸਰਸ ਆਫ ਮੁਹੰਮਦ ਸ਼ਾਹ ਥਰਡ। ਉਸ ਸਮੇਂ ਮੁਹੰਮਦ ਸ਼ਾਹ ਤੀਜੇ ਜਿਹੜੇ ਉੱਤਰਾਧਿਕਾਰੀ ਬਣੇ ਉਹ ਬਹੁਤ ਹੀ ਕਮਜ਼ੋਰ ਸਨ ਔਰ ਉਹ ਕਿਸੇ ਵੀ ਤਰ੍ਹਾਂ ਉਹਨਾਂ ਦੇ ਵਿੱਚ ਕਾਬਲੀਅਤ ਨਹੀਂ ਸੀ ਐਡੇ ਵੱਡੇ ਸਾਮਰਾਜ ਨੂੰ ਸੰਭਾਲਣ ਦੀ। ਜਿਹੜੇ 4 ਅੰਤਲੇ ਸੁਲਤਾਨ ਹੋਏ ਆ ਉਹ ਕੇਵਲ ਨਾਮਾਤਰ ਦੇ ਸਨ, ਨਾਮਾਤਰ ਦੇ ਸੁਲਤਾਨ ਸਨ, ਕਿਉਂਕਿ ਸਾਰੀ ਸ਼ਕਤੀ ਜਿਹੜੀ ਹੈ ਉਹ ਦੂਸਰਿਆਂ ਦੇ ਹੱਥਾਂ ਵਿੱਚ ਸੀਗੀ। ਇਸ ਕਰਕੇ ਇਹ ਵੀ ਉਹਨਾਂ ਦੇ ਕਮਜ਼ੋਰ ਉੱਤਰਾਧਿਕਾਰੀ ਜਿਹੜੇ ਸਨ ਉਹ ਵੀ ਇੱਕ ਕਾਰਨ ਬਣਿਆ ਬਾਹਮਣੀ ਸਾਮਰਾਜ ਦੇ ਪਤਨ ਦਾ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸੂਬੇਦਾਰਾਂ ਦੇ ਵਿਦਰੋਹ ਕਿ ਰਿਵੋਲਟਸ ਆਫ ਪ੍ਰੋਵਿੰਸ਼ੀਅਲ ਗਵਰਨਰਸ। ਭਾਵੇਂ ਅਸੀਂ ਦੇਖਦੇ ਹਾਂ ਕਿ ਕੇਂਦਰੀ ਸਰਕਾਰਾਂ ਨੇ ਪ੍ਰਾਂਤਾਂ ਉੱਪਰ ਆਪਣਾ ਕੰਟਰੋਲ ਰੱਖਣ ਲਈ ਕਦਮ ਚੁੱਕੇ ਸਨ, ਪਰੰਤੂ ਬਾਅਦ ਦੇ ਵਿੱਚ ਦੁਰਬਲ ਸੁਲਤਾਨਾਂ ਦੇ ਸਮੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਉਹਨਾਂ ਦੇ ਆਪਣਾ ਜਦੋਂ ਸੂਬੇਦਾਰ ਸੀਗੇ ਤਾਂ ਉਹਨਾਂ ਨੇ ਉਸ ਸਮੇਂ ਵਿਦਰੋਹ ਕਰ ਦਿੱਤੇ। ਕਾਰਨ ਕੀ ਸੀ? ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਪੋਜੀਸ਼ਨ ਸੀ
ਕਮਜ਼ੋਰ ਉੱਤਰਾਧਿਕਾਰੀਆਂ ਦੇ ਕਾਰਨ ਸੈਂਟਰ ਦੀ ਪੋਜੀਸ਼ਨ ਬਹੁਤ ਵੀਕ ਹੋਣੀ ਸ਼ੁਰੂ ਹੋ ਗਈ, ਜਿਸ ਕਰਕੇ ਪ੍ਰਾਂਤਾਂ ਦੇ ਜਿਹੜੇ ਸੂਬੇਦਾਰ ਸੀਗੇ ਉਹਨਾਂ ਨੇ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਬਾਅਦ ਦੇ ਵਿੱਚ 5 ਸੁਤੰਤਰ ਰਾਜ ਜਿਹੜੇ ਆ ਉਹ ਰੂਪ ਧਾਰਨ ਕਰ ਗਏ ਸੀ। ਇਸ ਤਰ੍ਹਾਂ ਬਾਹਮਣੀ ਸਾਮਰਾਜ ਦਾ ਵਿਘਟਨ ਹੋ ਗਿਆ ਅਤੇ ਇਹ ਅਹਿਮਦਨਗਰ, ਬੀਜਾਪੁਰ, ਗੋਲਕੁੰਡਾ, ਬਿਦਰ ਅਤੇ ਬਰਾਰ ਨਾਮਕ ਜਿਹੜੇ 5 ਸੁਤੰਤਰ ਸਲਤਨਤਾਂ ਦੇ ਵਿੱਚ ਇਹ ਸਾਮਰਾਜ ਜਿਹੜਾ ਉਹ ਵੰਡਿਆ ਗਿਆ ਸੀ। ਇਸ ਤਰ੍ਹਾਂ ਇਹ ਕਾਰਨ ਹਨ ਕਿ ਬਾਹਮਣੀ ਸਾਮਰਾਜ ਦਾ ਪਤਨ ਕਿਸ ਤਰ੍ਹਾਂ ਹੋਇਆ। ਤਾਂ ਇਹ ਉਮੀਦ ਹੈ ਕਿ ਵਿਦਿਆਰਥੀਓ ਤੁਸੀਂ ਇਹ ਨੋਟ ਕਰ ਲਏ ਹੋਣਗੇ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਅੱਗੇ ਨੈਕਸਟ ਸਾਡੇ ਕੋਲ ਕਿ 5 ਸੁਤੰਤਰ ਮੁਸਲਿਮ ਸਲਤਨਤਾਂ ਦਾ ਉਥਾਨ ਅਤੇ ਪਤਨ। 5 ਜਿਵੇਂ ਕਿ ਲਾਸਟ ਜਦੋਂ ਅਸੀਂ ਗੱਲ ਕੀਤੀ ਸੀ ਲਾਸਟ ਪੁਆਇੰਟ ਦੀ ਕਿ ਸੂਬੇਦਾਰਾਂ ਦੇ ਵਿਦਰੋਹ ਦੀ, ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਿਦਰੋਹ ਤੋਂ ਬਾਅਦ ਕਿਉਂਕਿ ਸੈਂਟਰ ਦੇ ਵਿੱਚ ਪੋਜੀਸ਼ਨ ਜਿਹੜੀ ਸੀ ਉਹ ਕਮਜ਼ੋਰ ਹੋਣ ਦੇ ਕਾਰਨ ਅਲੱਗ-ਅਲੱਗ 5 ਸੁਤੰਤਰ ਸਾਮਰਾਜ ਜਿਹੜੇ ਸੀਗੇ ਉਸ ਸਮੇਂ ਉਹ ਬਣ ਗਏ ਸੀ, ਅਹਿਮਦਨਗਰ, ਬੀਜਾਪੁਰ, ਗੋਲਕੁੰਡਾ, ਬਿਦਰ ਤੇ ਬਰਾਰ। ਅਤੇ ਹੁਣ ਅਸੀਂ ਇਹਨਾਂ ਦੀ ਗੱਲ ਕਰਨ ਲੱਗੇ ਹਾਂ ਕਿ ਉਹਨਾਂ ਦਾ ਉਥਾਨ ਅਤੇ ਉਹਨਾਂ ਦੇ ਪਤਨ ਦੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਰਾਈਜ਼ ਦੀ ਉਥਾਨ ਦੀ। ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਮੁਹੰਮਦ ਸ਼ਾਹ ਦੇ ਮਹਿਮੂਦ ਸ਼ਾਹ ਦੇ ਸ਼ਾਸਨ ਕਾਲ ਦੇ ਵਿੱਚ ਉਸ ਸਮੇਂ ਬਾਹਮਣੀ ਸਾਮਰਾਜ ਦਾ ਵਿਘਟਨ ਹੋਇਆ ਸੀ ਅਤੇ ਸ਼ਾਸਕ ਜਿਹੜੇ ਸੀ ਉਹ ਨਿਰਬਲ ਹੋਣ ਦੇ ਕਾਰਨ ਸਾਰੀਆਂ ਜਿਹੜੀਆਂ ਸ਼ਕਤੀਆਂ ਸੀ ਉਸ ਸਮੇਂ ਸੁਲਤਾਨ ਦਾ ਸਰਪ੍ਰਸਤ ਸੀ ਉਸ ਸਮੇਂ ਮਲਿਕ ਨਾਇਕ, ਉਸ ਦੇ ਹੱਥ ਵਿੱਚ ਆ ਗਈਆਂ ਸੀਗੀਆਂ। ਲੇਕਿਨ ਪਰਦੇਸੀ ਦਲ ਦੇ ਸਰਦਾਰਾਂ ਨੇ, ਕਿਉਂਕਿ ਜਦੋਂ ਪਹਿਲਾਂ ਗੱਲ ਕੀਤੀ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 2 ਗਰੁੱਪ ਜਿਹੜੇ ਕਾਇਮ ਹੋ ਗਏ ਸੀਗੇ। ਇੱਕ ਗਰੁੱਪ ਨੇ ਉਸ ਮਲਿਕ ਨਾਇਬ ਨੂੰ ਕਤਲ ਕਰਵਾ ਦਿੱਤਾ ਸੀ ਅਤੇ ਸਾਰੀਆਂ ਜਿਹੜੀਆਂ ਰਾਜ ਦੀਆਂ ਸ਼ਕਤੀਆਂ ਸੀ ਉਹ ਕਾਸਮ ਬਰੀਦ ਨਾਮੀ ਇੱਕ ਤੁਰਕ ਸਰਦਾਰ ਸੀ, ਉਸ ਨੇ ਉਹ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖ ਲਈਆਂ ਸੀਗੀਆਂ। ਬਾਅਦ ਦੇ ਵਿੱਚ ਪ੍ਰਾਂਤਾਂ ਦੇ ਜਿਹੜੇ ਤਰਫਦਾਰ ਸੀਗੇ, ਭਾਵ ਜਿਹੜੇ ਪ੍ਰਾਂਤਾਂ ਦੇ ਸੂਬੇਦਾਰ ਸੀ, ਉਹਨਾਂ ਨੇ ਇੰਡੀਪੈਂਡੈਂਟ ਹੋਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਦੌਲਤਾਬਾਦ ਦੇ ਸੂਬੇਦਾਰ ਜਿਹੜਾ ਤਰਫਦਾਰ ਜਿਹਨੂੰ ਆਪਾਂ ਵੀ ਬੋਲ ਸਕਦੇ ਹਾਂ ਕਿ ਮਲਿਕ ਅਹਿਮਦ ਨੇ ਵਿਦਰੋਹ ਕੀਤਾ ਸੀ। ਉਸ ਤੋਂ ਬਾਅਦ ਉਸ ਦੇ ਪਿਤਾ ਨੂੰ, ਕਿਉਂਕਿ ਜੋ ਮਲਿਕ ਨਾਇਬ ਦਾ ਪੁੱਤਰ ਸੀਗਾ ਤੇ ਉਸ ਦੇ ਪਿਤਾ ਨੂੰ ਕਤਲ ਕਰਵਾ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਉਸ ਤੋਂ ਬਾਅਦ ਅਹਿਮਦਨਗਰ ਵਿਖੇ ਨਿਜ਼ਾਮ ਉਲ ਮੁਲਕ ਦੀ ਉਪਾਧੀ ਹਾਸਲ ਕੀਤੀ ਕਸਮ ਬਰੀਦ ਰਾਹੀਂ। ਉਸ ਤੋਂ ਬਾਅਦ ਆਪਣੇ ਆਪ ਨੂੰ ਸੁਤੰਤਰ ਸੁਲਤਾਨ ਘੋਸ਼ਿਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਬਾਅਦ ਦੇ ਵਿੱਚ ਤਾਂ ਬੀਜਾਪੁਰ ਦਾ ਤਰਫਦਾਰ ਆਦਿਲ ਖਾਂ, ਬਰਾਰ ਦਾ ਤਰਫਦਾਰ ਇਮਾਦ ਉਲ ਮੁਲਕ ਅਤੇ ਗੋਲਕੁੰਡਾ ਵਿਖੇ ਕੁਤਬ ਉਲ ਮੁਲਕ ਵੀ ਸੁਤੰਤਰ ਹੋ ਗਏ ਸੀਗੇ। ਇਸ ਤਰ੍ਹਾਂ 16ਵੀਂ ਸਦੀ ਦੇ ਪਹਿਲੇ ਭਾਗ ਤੱਕ ਬਾਹਮਣੀ ਸਾਮਰਾਜ ਦਾ ਵਿਘਟਨ ਹੋ ਗਿਆ ਸੀ ਅਤੇ 5 ਸੁਤੰਤਰ ਸਲਤਨਤਾਂ ਹੋਂਦ ਵਿੱਚ ਆਈਆਂ ਸੀ। ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਅਹਿਮਦਨਗਰ ਦਾ ਨਿਜ਼ਾਮ ਸ਼ਾਹੀ ਰਾਜ, ਬੀਜਾਪੁਰ ਦਾ ਆਦਿਲ ਸ਼ਾਹੀ ਰਾਜ, ਗੋਲਕੁੰਡਾ ਦਾ ਕੁਤਬ ਸ਼ਾਹੀ ਰਾਜ, ਬਰਾਰ ਦਾ ਇਮਾਦ ਸ਼ਾਹੀ ਰਾਜ ਅਤੇ ਬਿਦਰ ਦਾ ਬਰੀਦ ਸ਼ਾਹੀ ਰਾਜ, ਇਹ 5 ਜਿਹੜੇ ਇੰਡੀਪੈਂਡੈਂਟ ਮੁਸਲਿਮ ਸਟੇਟਸ ਹੋਂਦ ਵਿੱਚ ਉਸ ਸਮੇਂ ਆਈਆਂ ਸੀ। ਨੈਕਸਟ ਹੈ ਪਤਨ, ਡਾਊਨਫਾਲ, ਕਿ ਇਹਨਾਂ 5 ਸੁਤੰਤਰ ਸਲਤਨਤਾਂ ਦਾ ਪਤਨ ਕਿਵੇਂ ਹੋ ਗਿਆ ਸੀਗਾ। ਕਿਉਂਕਿ ਅਕਸਰ ਪਹਿਲਾਂ ਦੇਖਦੇ ਹਾਂ ਆਪਾਂ ਕਿ ਇਹ ਸਾਰੀਆਂ ਜਿੰਨੇ ਵੀ ਆਪਸ ਦੇ ਵਿੱਚ ਇਹ ਲੋਕ ਈਰਖਾ ਕਰਦੇ ਸੀ, ਇੱਕ ਦੂਸਰੇ ਨਾਲ ਲੜਦੇ ਝਗੜਦੇ ਰਹਿੰਦੇ ਸੀ, ਜਿਸ ਦਾ ਫਾਇਦਾ ਪਹਿਲਾਂ ਵਿਜੇਨਗਰ ਸਾਮਰਾਜ ਨੇ ਉਠਾਇਆ ਸੀਗਾ। ਲੇਕਿਨ ਬਾਅਦ ਦੇ ਵਿੱਚ ਇਹਨਾਂ 5 ਸੁਲਤਾਨਾਂ ਨੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਵਿਜੇਨਗਰ ਸਾਮਰਾਜ ਦੇ ਵਿਰੁੱਧ ਚੜ੍ਹਾਈ ਕਰ ਦਿੱਤੀ ਸੀ ਅਤੇ ਉਸ ਸਮੇਂ ਕਹਿੰਦੇ ਕਿ ਤਲੀਕੋਟ ਦੀ ਲੜਾਈ ਦੇ ਵਿਖੇ ਉਹਨਾਂ ਨੇ ਵਿਜੇਨਗਰ ਸਾਮਰਾਜ ਨੂੰ ਹਰਾ ਦਿੱਤਾ ਸੀ। ਲੇਕਿਨ ਬਾਅਦ ਦੇ ਵਿੱਚ ਫਿਰ ਇਹ ਸੁਲਤਾਨ ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸਾਜ਼ਿਸ਼ਾਂ ਰਚਣ ਲੱਗ ਪਏ ਸੀ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਉਹ ਹਮੇਸ਼ਾ ਪ੍ਰਯਤਨ ਕਰਦੇ ਰਹਿੰਦੇ ਸੀਗੇ, ਜਿਸ ਕਰਕੇ ਹੌਲੀ ਹੌਲੀ ਇਹਨਾਂ ਸਾਰਿਆਂ ਦਾ ਪਤਨ ਹੋ ਗਿਆ ਸੀ। ਇਹ ਤਾਂ ਸੀ ਕਿ 5 ਸੁਤੰਤਰ ਮੁਸਲਿਮ ਸਲਤਨਤਾਂ ਦਾ ਉਥਾਨ ਅਤੇ ਪਤਨ। ਇਸ ਤੋਂ ਬਾਅਦ ਅਸੀਂ ਉਸ ਸਮੇਂ ਦਾ ਪ੍ਰਸ਼ਾਸਨ, ਬਾਹਮਣੀ ਸਲਤਨਤ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਚਲਾਇਆ ਜਾਂਦਾ ਸੀ, ਉਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਬਾਹਮਣੀ ਸਲਤਨਤ ਦਾ ਸ਼ਾਸਨ ਪ੍ਰਬੰਧ, ਐਡਮਿਨਿਸਟ੍ਰੇਸ਼ਨ ਆਫ ਬਾਹਮਣੀ ਸਲਤਨਤ। ਉਸ ਸਮੇਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਉਸ ਸਮੇਂ ਦਾ ਪ੍ਰਸ਼ਾਸਨ ਕੋਈ ਵੱਖਰਾ ਨਹੀਂ ਸੀ, ਕਿਉਂਕਿ ਜਿਸ ਸਮੇਂ ਪਹਿਲਾਂ ਰਾਜ ਪ੍ਰਬੰਧ ਚਲਾਇਆ ਜਾਂਦਾ ਸੀ ਦਿੱਲੀ ਸਲਤਨਤ ਦਾ ਜਾਂ ਹੋਰ ਉਸ ਸਮੇਂ ਦੇ ਮੁਸਲਿਮ ਅਤੇ ਗੈਰ ਮੁਸਲਮਾਨ ਜਾਂ ਦੇਸੀ ਤੋਂ ਵਿਦੇਸ਼ੀ ਸੰਸਥਾਵਾਂ ਦਾ ਸੁਮੇਲ ਇਹ ਸਾਰੇ ਪ੍ਰਸ਼ਾਸਨ ਦੇ ਵਿੱਚ ਵੇਖਿਆ ਜਾ ਸਕਦਾ ਹੈ।
ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕੇਂਦਰੀ ਪ੍ਰਸ਼ਾਸਨ, ਸੈਂਟਰਲ ਐਡਮਿਨਿਸਟ੍ਰੇਸ਼ਨ। ਕੇਂਦਰੀ ਪ੍ਰਸ਼ਾਸਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਰਾਜ ਦਾ ਜਿਹੜਾ ਮੁਖੀਆ ਹੈ ਉਹ ਸੁਲਤਾਨ ਜਾਂ ਰਾਜਾ ਹੁੰਦਾ ਸੀਗਾ। ਰਾਜੇ ਕੋਲ ਅੰਤਰਿਮ ਸ਼ਕਤੀਆਂ ਦਾ ਇੱਕ ਕਹਿੰਦੇ ਕਿ ਮਾਲਕ ਕਿਹਾ ਜਾਂਦਾ ਸੀ ਰਾਜੇ ਜਾਂ ਸੁਲਤਾਨ ਨੂੰ। ਹਰ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਕਰ ਸਕਦਾ ਸੀਗਾ, ਆਪਣੇ ਨਾਮ ਦੇ ਸਿੱਕੇ ਜਾਰੀ ਕਰ ਸਕਦਾ ਸੀ। ਉਹ ਪ੍ਰਸ਼ਾਸਨ ਸੰਬੰਧੀ ਹਰ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਉਸ ਦੀ ਦਖਲਅੰਦਾਜ਼ੀ ਹੁੰਦੀ ਸੀ ਅਤੇ ਮੰਤਰੀਆਂ ਦੀ ਅਤੇ ਹੋਰ ਕਰਮਚਾਰੀਆਂ ਦੀ ਨਿਯੁਕਤੀ ਵੀ ਸੁਲਤਾਨ ਆਪ ਕਰਦਾ ਸੀਗਾ। ਪ੍ਰਜਾ ਦੀ ਭਲਾਈ ਦੇ ਵੱਲ ਉਸ ਸਮੇਂ ਸੁਲਤਾਨਾਂ ਦੇ ਵੱਲੋਂ ਕੋਈ ਜ਼ਿਆਦਾ ਵਿਸ਼ੇਸ਼ ਯਤਨ ਨਹੀਂ ਕੀਤੇ ਗਏ ਸੀਗੇ ਅਤੇ ਇਸ ਤੋਂ ਬਾਅਦ ਅਸੀਂ ਦੇਖਿਆ ਕਿ ਉਹ ਜ਼ਿਆਦਾਤਰ ਆਪਣੀ ਐਸ਼ ਪ੍ਰਸਤੀ ਦੇ ਲਈ ਹੀ ਜਿਹੜਾ ਆਪਣਾ ਜੀਵਨ ਉਸ ਸਮੇਂ ਬਤੀਤ ਕਰਦੇ ਸੀਗੇ। ਉਸ ਤੋਂ ਬਾਅਦ ਕੇਂਦਰੀ ਪ੍ਰਸ਼ਾਸਨ ਦੇ ਵਿੱਚ ਸੁਲਤਾਨ ਆਪ ਆਪਣੇ ਮੰਤਰੀਆਂ ਦੀ ਨਿਯੁਕਤੀ ਕਰਦਾ ਸੀ। ਲਗਭਗ 8 ਮੰਤਰੀ ਉਸ ਸਮੇਂ ਹੁੰਦੇ ਸੀਗੇ ਰਾਜੇ ਦੀ ਹੈਲਪ ਦੇ ਲਈ। ਉਹਨਾਂ ਦੀ ਨਿਯੁਕਤੀ ਸੁਲਤਾਨ ਵੱਲੋਂ ਹੁੰਦੀ ਸੀ ਅਤੇ ਉਹ ਸਾਰੇ ਸੁਲਤਾਨ ਦੇ ਅੱਗੇ ਜਵਾਬਦੇਹ ਹੁੰਦੇ ਸਨ। ਉਸ ਸਮੇਂ ਪ੍ਰਧਾਨ ਮੰਤਰੀ ਹੁੰਦਾ ਸੀ ਜਿਸ ਨੂੰ ਵਕੀਲ ਉਲ ਸਲਤਨਤ ਕਿਹਾ ਜਾਂਦਾ ਸੀ। ਇਸ ਤਰ੍ਹਾਂ ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਹੋਰ ਕਈ ਇੰਪੋਰਟੈਂਟ ਜਿਹੜੇ ਮੰਤਰੀ ਹੁੰਦੇ ਸਨ ਮਹੱਤਵਪੂਰਨ, ਜਿਨ੍ਹਾਂ ਦੇ ਵਿੱਚ ਨਿਆਂ ਮੰਤਰੀ ਦਾ ਵੀ ਇੱਕ ਵਿਸ਼ੇਸ਼ ਸਥਾਨ ਸੀਗਾ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪ੍ਰਾਂਤਕ ਰਾਜ ਪ੍ਰਬੰਧ। ਪ੍ਰਾਂਤਾਂ ਦਾ ਰਾਜ ਪ੍ਰਬੰਧ ਉਸ ਸਮੇਂ ਜਦੋਂ ਅਸੀਂ ਗੱਲ ਕਰਦੇ ਹਾਂ ਅਲਾਉਦੀਨ ਬਹਿਮਨ ਸ਼ਾਹ ਦੇ ਸਮੇਂ ਦੀ, ਤਾਂ ਉਸ ਸਮੇਂ ਪ੍ਰਾਂਤ ਨੂੰ 4 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ: ਗੁਲਬਰਗਾ, ਦੌਲਤਾਬਾਦ, ਬਿਦਰ ਅਤੇ ਬਰਾਰ। ਅਤੇ ਪ੍ਰਾਂਤਾਂ ਨੂੰ ਉਸ ਸਮੇਂ ਤਰਫ ਕਿਹਾ ਜਾਂਦਾ ਸੀ, ਜਿਹਨੂੰ ਆਪਾਂ ਅੱਜ ਕੱਲ੍ਹ ਸਟੇਟ ਕਹਿ ਦਿੰਦੇ ਹਾਂ। ਪ੍ਰਾਂਤਾਂ ਨੂੰ ਉਸ ਸਮੇਂ ਤਰਫ ਕਿਹਾ ਜਾਂਦਾ ਸੀ ਔਰ ਉਸ ਦੇ ਮੁਖੀ ਨੂੰ ਤਰਫਦਾਰ ਕਿਹਾ ਜਾਂਦਾ ਸੀ, ਜਿਵੇਂ ਕਿ ਜਾਂ ਉਸ ਨੂੰ ਸੂਬੇਦਾਰ ਅਸੀਂ ਕਹਿ ਸਕਦੇ ਹਾਂ। ਉਹਨਾਂ ਦਾ ਮੇਨ ਜਿਹੜਾ ਕੰਮ ਹੁੰਦਾ ਸੀ ਆਪਣੇ ਤਰਫ ਦੇ ਵਿੱਚ, ਆਪਣੇ ਪ੍ਰਾਂਤ ਦੇ ਵਿੱਚ ਸ਼ਾਂਤੀ ਵਿਵਸਥਾ ਕਾਇਮ ਰੱਖਣਾ, ਲੋਕ ਭਲਾਈ ਦੇ ਕੰਮ ਕਰਨੇ, ਭੂਮੀ ਇਕੱਠਾ ਕਰਨਾ, ਸੈਨਿਕਾਂ ਦੀ ਭਰਤੀ ਕਰਨੀ। ਇਸ ਤਰ੍ਹਾਂ ਦੇ ਸਾਰੇ ਕੰਮ ਜਿਹੜੇ ਹੈ ਉਹ ਪ੍ਰਾਂਤ ਦੇ ਵਿੱਚ ਕਰਮਚਾਰੀਆਂ ਦੀ ਨਿਯੁਕਤੀ ਕਰਨਾ, ਤਾਂ ਇਹ ਸਾਰੇ ਕੰਮ ਉਸ ਸਮੇਂ ਤਰਫਦਾਰ ਕਰਦੇ ਸਨ। ਉਸ ਤੋਂ ਬਾਅਦ ਸੂਬੇਦਾਰਾਂ ਉੱਤੇ ਕੰਟਰੋਲ ਰੱਖਣ ਲਈ ਸਮੇਂ-ਸਮੇਂ 'ਤੇ ਖੁਦ ਸਮਰਾਟ ਆਪ ਪ੍ਰਾਂਤਾਂ ਦਾ ਦੌਰਾ ਵੀ ਕਰਦੇ ਸੀਗੇ। ਉਸ ਸਮੇਂ ਮਹਿਮੂਦ ਗਵਾਂ ਜਿਹੜਾ ਕਿ ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ ਸੀਗਾ, ਉਸਨੇ ਅੱਗੋਂ ਹਰੇਕ ਸੂਬੇ ਨੂੰ ਹੋਰ ਚੰਗੇ ਤਰੀਕੇ ਨਾਲ ਚਲਾਉਣ ਦੇ ਲਈ ਹਰ ਸੂਬੇ ਨੂੰ, ਹਰ ਤਰਫ ਨੂੰ ਅੱਗੇ 2 ਭਾਗਾਂ ਦੇ ਵਿੱਚ ਵੰਡ ਦਿੱਤਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪ੍ਰਾਂਤਾਂ ਦਾ ਰਾਜ ਪ੍ਰਬੰਧ ਕਿਸ ਤਰ੍ਹਾਂ ਚਲਾਇਆ ਜਾਂਦਾ ਸੀ। ਉਸ ਤੋਂ ਬਾਅਦ ਥਰਡ ਹੈ ਸਾਡੇ ਕੋਲ ਸਥਾਨਿਕ ਸ਼ਾਸਨ ਪ੍ਰਬੰਧ, ਲੋਕਲ ਐਡਮਿਨਿਸਟ੍ਰੇਸ਼ਨ। ਅੱਗੇ ਫਿਰ ਜਿਵੇਂ ਪ੍ਰਾਂਤ ਹੈ, ਪ੍ਰਾਂਤਾਂ ਨੂੰ ਅੱਗੇ ਸਭ ਤੋਂ ਪਹਿਲਾਂ ਅਸੀਂ ਕੀਤਾ ਕੇਂਦਰ ਤੋਂ ਬਾਅਦ ਪ੍ਰਾਂਤ ਆ ਗਏ, ਪ੍ਰਾਂਤ ਤੋਂ ਬਾਅਦ ਲੋਕਲ ਲੈਵਲ ਆ ਗਏ। ਜਿਵੇਂ ਅਸੀਂ ਅੱਜ ਦੇਖਦੇ ਹਾਂ ਕਿ ਸੈਂਟਰ ਦੇ ਵਿੱਚ ਜਿਹੜੀ ਗਵਰਨਮੈਂਟ ਹੈ, ਉਸ ਤੋਂ ਬਾਅਦ ਪ੍ਰਾਂਤਾਂ ਦੇ ਵਿੱਚ ਫਿਰ ਸਰਕਾਰ ਹੈ, ਪ੍ਰਾਂਤਾਂ ਤੋਂ ਬਾਅਦ ਫਿਰ ਅਸੀਂ ਲੋਕਲ ਲੈਵਲ 'ਤੇ ਕਿਸ ਤਰੀਕੇ ਨਾਲ ਚਲਾਇਆ ਜਾਂਦਾ। ਉਸੇ ਤਰ੍ਹਾਂ ਹੀ ਪਹਿਲਾਂ ਵੀ ਬਾਹਮਣੀ ਸਾਮਰਾਜ ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਪ੍ਰਸ਼ਾਸਨ ਜਿਹੜਾ ਉਹ ਚਲਾਇਆ ਜਾਂਦਾ ਸੀਗਾ ਕਿ ਤਰਫ ਨੂੰ ਅੱਗੇ ਕਈ ਸਰਕਾਰਾਂ ਦੇ ਵਿੱਚ ਵੰਡਿਆ ਹੋਇਆ ਸੀ ਅਤੇ ਅੱਗੇ ਸਰਕਾਰਾਂ ਨੂੰ ਕਈ ਪਰਗਨਿਆਂ ਦੇ ਵਿੱਚ ਵੰਡਿਆ ਹੋਇਆ ਸੀ। ਜਿਵੇਂ ਅੱਜ ਦੀ ਡੇਟ ਦੇ ਵਿੱਚ ਪ੍ਰਾਂਤ ਹਨ, ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਜ਼ਿਲ੍ਹਿਆਂ ਨੂੰ ਅੱਗੇ ਤਹਿਸੀਲਾਂ ਦੇ ਵਿੱਚ ਵੰਡਿਆ ਜਾਂਦਾ ਹੈ, ਤਹਿਸੀਲਾਂ ਤੋਂ ਅੱਗੇ ਫਿਰ ਬਲਾਕ ਤੇ ਪਿੰਡ ਆ ਜਾਂਦੇ ਆ। ਇਸੇ ਤਰ੍ਹਾਂ ਉਸ ਸਮੇਂ ਪਹਿਲਾਂ ਜਿਹੜੇ ਤਰਫ ਸੀਗੇ, ਤਰਫ ਤੋਂ ਪ੍ਰਾਂਤਾਂ ਨੂੰ ਫਿਰ ਅੱਗੇ ਕਈ ਸਰਕਾਰਾਂ ਦੇ ਵਿੱਚ ਵੰਡਿਆ ਜਾਂਦਾ ਸੀ ਅਤੇ ਸਰਕਾਰਾਂ ਨੂੰ ਅੱਗੇ ਕਈ ਪਰਗਨਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਤਾਂ ਹਰ ਲੈਵਲ 'ਤੇ ਉਹਨਾਂ ਦਾ ਆਪਣਾ ਇੱਕ ਐਡਮਿਨਿਸਟ੍ਰੇਟਰ ਹੁੰਦਾ ਸੀਗਾ ਜਿਹੜਾ ਕਿ ਉਸ ਆਪਣੇ ਪ੍ਰਾਂਤ ਦੀ, ਪਰਗਨੇ ਦੀ, ਸਰਕਾਰ ਦੀ ਜਿਹੜੇ ਸਾਰੇ ਕੰਮ ਉਹ ਕਰਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਭੂਮੀ ਕਾਰ ਪ੍ਰਬੰਧ, ਲੈਂਡ ਰੈਵਨਿਊ ਸਿਸਟਮ। ਬਾਹਮਣੀ ਜਿਹੜੇ ਸੁਲਤਾਨ ਸੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਭੂਮੀ ਕਰ ਦੇ ਵੱਲ ਜਾਂ ਭੂਮੀ ਦੇ ਸੁਧਾਰ ਦੇ ਵੱਲ ਕੋਈ ਜ਼ਿਆਦਾ ਵਿਸ਼ੇਸ਼ ਯੋਗਦਾਨ ਨਹੀਂ ਦਿੱਤਾ ਸੀਗਾ। ਉਹ ਪੁਰਾਣੇ ਸਮੇਂ ਤੋਂ ਹੀ ਜਿਹੜੀ ਸਿਸਟਮ ਚੱਲਿਆ ਆ ਰਿਹਾ ਸੀ, ਜਿਵੇਂ ਬਟਾਈ ਸਿਸਟਮ ਸੀ, ਕਨਕੂਤ ਸਿਸਟਮ ਸੀ, ਬਟਾਈ ਪ੍ਰਣਾਲੀ, ਕਨਕੂਤ ਪ੍ਰਣਾਲੀ, ਉਸ ਦੇ ਆਧਾਰ 'ਤੇ ਹੀ ਜਿਹੜਾ ਸਾਰਾ ਉਸ ਸਮੇਂ ਲਗਾਨ ਉਹ ਇਕੱਠਾ ਕੀਤਾ ਜਾਂਦਾ ਸੀ। ਜ਼ਿਮੀਂਦਾਰ, ਜਾਗੀਰਦਾਰ ਇਹ ਕਿਸਾਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸੀ ਔਰ ਕਿਸਾਨਾਂ ਨੂੰ ਲੁੱਟਦੇ ਰਹਿੰਦੇ ਸੀ। ਅਤੇ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਹਿਮੂਦ ਗਵਾਂ ਜਦੋਂ ਉਹ ਪ੍ਰਧਾਨ ਮੰਤਰੀ ਬਣਿਆ ਤਾਂ ਉਸਨੇ ਦੁਬਾਰਾ ਤੋਂ ਕਿਸਾਨਾਂ ਦੀ ਹਾਲਤ ਨੂੰ ਕਿਸਾਨਾਂ ਦੀ ਹਾਲਤ ਦੇ ਵਿੱਚ ਸੁਧਾਰ ਕਰਨ ਲਈ ਉਸਨੇ ਭੂਮੀ ਦੀ ਪੈਮਾਇਸ਼ ਕਰਵਾਈ।
ਔਰ ਜਿਹੜੀ ਉਪਜਾਊ ਭੂਮੀ ਸੀ ਉਸ ਨੂੰ ਅਲੱਗ ਕੈਟਾਗਰੀ ਵਿੱਚ ਰੱਖਿਆ, ਜਿਹੜੀ ਬੰਜਰ ਭੂਮੀ ਸੀ ਉਸ ਨੂੰ ਅਲੱਗ ਕੈਟਾਗਰੀ ਵਿੱਚ ਰੱਖਿਆ, ਜਿਹੜੀ ਦਰਮਿਆਨੀ ਔਸਤ ਦਰਜੇ ਦੀ ਸੀ ਉਸ ਭੂਮੀ ਨੂੰ ਅਲੱਗ ਕੈਟਾਗਰੀ 'ਚ ਰੱਖਿਆ। ਤਾਂ ਉਸ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਭੂਮੀ ਦੇ ਸੁਧਾਰ ਹੋਣ। ਉਸਨੇ ਬਹੁਤ ਸਾਰੀਆਂ ਸਿੰਚਾਈ ਦੀਆਂ ਸਹੂਲਤਾਂ ਵੀ ਉਸ ਸਮੇਂ ਦੇ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਸਨ। ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਭੂਮੀ ਕਰ ਪ੍ਰਬੰਧ ਦੀ ਗੱਲ ਕੀਤੀ। ਉਸ ਤੋਂ ਬਾਅਦ ਨੈਕਸਟ ਆ ਸਾਡੇ ਕੋਲ ਨਿਆਂ ਸਿਸਟਮ, ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ। ਨਿਆਂ ਪ੍ਰਬੰਧ ਕੋਈ ਉਸ ਸਮੇਂ ਜਿਹੜਾ ਕੋਈ ਲਿਖਤੀ ਨਹੀਂ ਸੀ। ਸੁਲਤਾਨ ਜਾਂ ਰਾਜਾ ਆਪ ਸਰਵਉੱਚ ਨਿਆਂ ਅਧਿਕਾਰੀ ਸੀਗਾ ਅਤੇ ਕੋਈ ਵੀ ਵਿਅਕਤੀ ਨਿਆਂ ਪ੍ਰਾਪਤ ਕਰਨ ਲਈ ਸੁਲਤਾਨ ਦੇ ਕੋਲ ਜਾ ਕੇ ਪ੍ਰਾਰਥਨਾ ਕਰ ਸਕਦਾ ਸੀ, ਅਪੀਲ ਕਰ ਸਕਦਾ ਸੀ। ਸੁਲਤਾਨ ਵੱਡੀ ਤੋਂ ਵੱਡੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਸੀ ਅਤੇ ਸਜ਼ਾ ਦੇ ਵੀ ਸਕਦਾ ਸੀ। ਇਸ ਤਰ੍ਹਾਂ ਸੁਲਤਾਨ ਤੋਂ ਹੇਠਾਂ ਹਰ ਲੈਵਲ ਤੇ, ਪ੍ਰਾਂਤ ਲੈਵਲ ਤੇ, ਉਸ ਤੋਂ ਨੀਚੇ ਪਰਗਨੇ ਲੈਵਲ ਤੇ, ਸਰਕਾਰ ਲੈਵਲ ਤੇ, ਹਰ ਲੈਵਲ ਤੇ ਅਲੱਗ-ਅਲੱਗ ਨਿਆਂਧੀਸ਼ ਹੁੰਦੇ ਸੀ ਜਿਹੜੇ ਕਿ ਆਪਣੇ ਵੱਲੋਂ ਸਹੀ ਤਰੀਕੇ ਦੇ ਨਾਲ ਉਸ ਸਮੇਂ ਨਿਆਂ ਕਰਦੇ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸੈਨਿਕ ਪ੍ਰਬੰਧ, ਮਿਲਟਰੀ ਐਡਮਿਨਿਸਟ੍ਰੇਸ਼ਨ। ਸੈਨਿਕ ਪ੍ਰਬੰਧ ਉਸ ਸਮੇਂ ਬਾਹਮਣੀ ਸੁਲਤਾਨ ਜਿਹੜੇ ਹੈ ਮੁੱਖ ਰੂਪ ਵਿੱਚ ਸਰਦਾਰਾਂ, ਸੂਬੇਦਾਰਾਂ ਅਤੇ ਜਗੀਰਦਾਰਾਂ ਵੱਲੋਂ ਤਿਆਰ ਕੀਤੇ ਗਏ ਜਿਹੜੇ ਸੈਨਿਕ ਸੀਗੇ ਉਹਨਾਂ ਤੇ ਨਿਰਭਰ ਕਰਦੇ ਸੀਗੇ, ਲੇਕਿਨ ਉਹਨਾਂ ਦੇ ਕੋਲ ਆਪਣੀ ਵੀ ਸਥਾਈ ਸੈਨਾ ਹੁੰਦੀ ਸੀ। ਉਸ ਦੇ ਵਿੱਚ ਪਿਆਦਾ, ਘੋੜਸਵਾਰ ਅਤੇ ਹਾਥੀ ਹੁੰਦੇ ਸੀਗੇ। ਬਾਹਮਣੀ ਸੁਲਤਾਨਾਂ ਨੇ ਤੋਪਖਾਨੇ ਵਿੱਚ ਉਸ ਸਮੇਂ ਤੁਰਕਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਸੀਗਾ ਉਸ ਸਮੇਂ, ਅਤੇ ਨਾਲ ਕਈ ਕਿਲੇ ਵੀ ਬਣਵਾਏ ਗਏ ਉਹਨਾਂ ਵੱਲੋਂ। ਉਸ ਤੋਂ ਬਾਅਦ ਇਸ ਤਰ੍ਹਾਂ ਸੈਨਿਕ ਪ੍ਰਬੰਧ ਤੋਂ ਬਾਅਦ ਅਸੀਂ ਦੇਖਦੇ ਹਾਂ ਨੈਕਸਟ ਸਾਡੇ ਕੋਲ ਜਾਗੀਰਦਾਰੀ ਵਿਵਸਥਾ, ਜਾਗੀਰਦਾਰੀ ਸਿਸਟਮ। ਉੱਤਰ ਵਿੱਚ ਦਿੱਲੀ ਸਲਤਨਤ ਵਾਂਗ ਦੱਖਣ ਵਿੱਚ ਬਾਹਮਣੀ ਰਾਜ ਵਿੱਚ ਵੀ ਜਾਗੀਰਦਾਰੀ ਵਿਵਸਥਾ ਪ੍ਰਚਲਿਤ ਸੀਗੀ। ਵੱਡੇ ਵੱਡੇ ਸਰਦਾਰ ਉਸ ਸਮੇਂ ਤੇ ਸੁਲਤਾਨ ਜਿਹੜੇ ਹੈ ਉਹ ਆਪਣੇ ਅੱਗੇ ਕਈ ਕਰਮਚਾਰੀ ਜਿਹੜੇ ਨਿਯੁਕਤ ਕਰਦੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੇ ਮੁਤਾਬਕ ਜਾਂ ਉਹਨਾਂ ਨੂੰ ਤਨਖਾਹ ਦੇ ਬਦਲੇ ਜਗੀਰਾਂ ਦੇ ਦਿੰਦੇ ਸੀਗੇ। ਉਹਨਾਂ ਜਗੀਰਾਂ ਦੇ ਬਦਲੇ ਅੱਗੇ ਉਹਨਾਂ ਨੂੰ ਜਿਨ੍ਹਾਂ ਨੂੰ ਜਗੀਰਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਨਿਸ਼ਚਿਤ ਸੈਨਾ ਰੱਖਣੀ ਪੈਂਦੀ ਸੀਗੀ ਅਤੇ ਨਾਲ ਹੀ ਉਹਨਾਂ ਨੂੰ ਹੋਰ ਬਹੁਤ ਸਾਰੇ ਰਾਜੇ ਲਈ ਸਮੇਂ-ਸਮੇਂ 'ਤੇ ਕੰਮ ਕਰਨੇ ਪੈਂਦੇ ਸੀਗੇ। ਲੇਕਿਨ ਇਹਨਾਂ ਜਗੀਰਦਾਰਾਂ ਨੇ ਕਿਸਾਨਾਂ ਉੱਤੇ ਬੜੇ ਜ਼ੁਲਮ ਕੀਤੇ ਸੀਗੇ। ਲੇਕਿਨ ਬਾਅਦ ਦੇ ਵਿੱਚ ਮਹਿਮੂਦ ਸ਼ਾਹ ਤੀਜੇ ਦੇ ਕਾਲ ਦੇ ਵਿੱਚ ਉਸ ਸਮੇਂ ਇਹਨਾਂ ਦਾ ਸੁਧਾਰ ਕਰਨ, ਕਿਸਾਨਾਂ ਦੇ ਸੁਧਾਰ ਕਰਨ ਲਈ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਸੀਗੀ। ਇਹ ਤਾਂ ਅਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਬਾਹਮਣੀ ਸਮੇਂ, ਸੁਲਤਾਨਾਂ ਦੇ ਸਮੇਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਮੁਸਲਿਮ ਸਲਤਨਤਾਂ ਵਿੱਚ ਕਲਾ ਅਤੇ ਸਾਹਿਤ, ਕਿ ਆਰਟ ਐਂਡ ਲਿਟਰੇਚਰ ਇਨ ਮੁਸਲਿਮ ਸਲਤਨਤਸ। ਸਭ ਤੋਂ ਪਹਿਲਾਂ ਸਾਡੇ ਕੋਲ ਬਾਹਮਣੀ ਰਾਜ ਵਿੱਚ ਇਮਾਰਤੀ ਕਲਾ। ਬਾਹਮਣੀ ਰਾਜ ਵਿੱਚ ਇਮਾਰਤੀ ਕਲਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਸਮੇਂ ਬਹੁਤ ਸਾਰੀਆਂ ਇਮਾਰਤਾਂ ਗੁਲਬਰਗਾ ਅਤੇ ਬਿਦਰ ਵਿਖੇ ਬਣਾਈਆਂ ਗਈਆਂ ਸੀਗੀਆਂ ਜੋ ਉਹਨਾਂ ਦੇ ਰਾਜ ਦੀਆਂ ਰਾਜਧਾਨੀਆਂ ਸਨ। ਤਾਂ ਅਸੀਂ ਗੁਲਬਰਗਾ ਵਿਖੇ ਸੁਲਤਾਨ ਮੁਹੰਮਦ ਪਹਿਲੇ ਨੇ 2 ਮਸਜਿਦਾਂ ਦੀ ਉਸਾਰੀ ਕਰਵਾਈ ਸੀ। ਇਹਨਾਂ ਵਿੱਚ ਛੋਟੀ ਮਸਜਿਦ ਤਾਂ ਤੁਗਲਕ ਸੁਲਤਾਨਾਂ ਦੀ ਨਕਲ ਕਰਦੇ ਹੋਏ ਬੜੇ ਸਾਦੇ ਢੰਗ ਨਾਲ ਬਣਾਈ ਗਈ ਸੀ, ਲੇਕਿਨ ਗੁਲਬਰਗਾ ਦੀ ਜਾਮਾ ਮਸਜਿਦ ਉਸਾਰੀ ਜਿਹੜੀ ਹੈ ਉਸ ਵਿੱਚ ਇਰਾਨੀ ਸ਼ੈਲੀ ਜਿਹੜੀ ਹੈ ਬੜੀ ਅੱਛੇ ਤਰੀਕੇ ਦੀ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਉਸ ਤੋਂ ਬਾਅਦ ਗੁਲਬਰਗਾ ਵਿਖੇ ਸਾਰੇ ਸੁਲਤਾਨਾਂ ਦੇ ਮਕਬਰੇ ਬਣਵਾਏ ਗਏ ਸੀਗੇ, ਜਿਨ੍ਹਾਂ ਦੇ ਵਿੱਚ ਫਿਰੋਜ਼ ਸ਼ਾਹ ਦਾ ਮਕਬਰਾ ਜਿਹੜਾ ਬਹੁਤ ਹੀ ਜ਼ਿਆਦਾ ਸੁੰਦਰ ਹੈਗਾ, ਜਿਸ ਦੇ ਵਿੱਚ ਹਿੰਦੂ ਅਤੇ ਇਰਾਨੀ ਸ਼ੈਲੀ ਜਿਹੜੀ ਦੋਨੋਂ ਹੀ ਬੜੇ ਅੱਛੇ ਤਰੀਕੇ ਨਾਲ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਉਸ ਤੋਂ ਬਾਅਦ ਸੁਲਤਾਨ ਅਹਿਮਦ ਸ਼ਾਹ ਦਾ ਮਕਬਰਾ ਜਿਹੜਾ ਉਹ ਵੀ ਇਮਾਰਤਕਾਰੀ ਦਾ ਬੜਾ ਚੰਗਾ ਨਮੂਨਾ ਹੈਗਾ। ਉਸ ਦੀ ਕੰਧਾਂ ਅਤੇ ਛੱਤ 'ਤੇ ਬੜੇ ਹੀ ਚੰਗੇ ਇਰਾਨੀ ਜਿਹੜੀ ਹੈ ਢੰਗ ਨਾਲ ਉਸ ਸਮੇਂ ਉੱਥੋਂ ਦੀਆਂ ਫੁੱਲਦਾਰ ਜਿਹੜੀ ਚਿੱਤਰਕਾਰੀ ਕੀਤੀ ਗਈ ਸੀਗੀ। ਉਸ ਤੋਂ ਬਾਅਦ 2 ਹੋਰ ਮਸ਼ਹੂਰ ਜਿਹੜੀਆਂ ਇਮਾਰਤਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਦੌਲਤਾਬਾਦ ਦਾ ਚਾਰ ਮੀਨਾਰ ਅਤੇ ਮਹਿਮੂਦ ਗਾਵਾਂ ਦਾ ਮਦਰਸਾ ਵੀ ਸ਼ਾਮਲ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਕਿ ਬਾਅਦ ਦੇ ਰਾਜਾਂ ਵਿੱਚ ਇਮਾਰਤੀ ਕਲਾ, ਆਰਕੀਟੈਕਚਰ ਇਨ ਦਾ ਲੇਟਰ ਕਿੰਗਡਮਸ। ਬਾਅਦ ਦੇ ਰਾਜਾਂ ਵਿੱਚ ਜਦੋਂ ਅਸੀਂ ਇਮਾਰਤੀ ਕਲਾ ਦੇਖਦੇ ਹਾਂ ਤਾਂ ਕਈ ਇਮਾਰਤਾਂ ਜਿਹੜੀਆਂ 5 ਰਾਜ ਜਿਵੇਂ ਅਸੀਂ ਪਿੱਛੇ ਕਰ ਚੁੱਕੇ ਹਾਂ ਕਿ ਜਿਹੜੇ 5 ਰਾਜ ਹੋਂਦ ਵਿੱਚ ਆਏ ਸੀਗੇ ਉਹਨਾਂ ਦੇ ਸਮੇਂ ਕਈ ਇਮਾਰਤਾਂ ਜਿਹੜੀਆਂ ਬਣਵਾਈਆਂ ਗਈਆਂ ਸੀਗੀਆਂ, ਜਿਨ੍ਹਾਂ ਵਿੱਚੋਂ ਬੀਜਾਪੁਰ ਅਤੇ ਗੋਲਕੰਡਾ ਦੀ ਇਮਾਰਤਾਂ ਜਿਹੜੀਆਂ ਉਹ ਖਾਸ ਵਰਣਨਯੋਗ ਹਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸਾਹਿਤ, ਲਿਟਰੇਚਰ, ਕਿ 14ਵੀਂ ਤੋਂ 17ਵੀਂ ਸਦੀ ਦੇ ਵਿੱਚ ਦੱਖਣ ਵਿੱਚ ਪ੍ਰਦੇਸ਼ਿਕ ਭਾਸ਼ਾਵਾਂ ਅਤੇ ਸਾਹਿਤ ਦਾ
ਬੜਾ ਵਿਕਾਸ ਹੋਇਆ ਸੀ, ਕਿਉਂਕਿ ਉਸ ਦੇ ਦੋ ਕਾਰਨ ਸੀਗੇ ਕਿ ਮੁਸਲਿਮ ਸਲਤਨਤਾਂ ਜਿਵੇਂ ਗੋਲਕੁੰਡਾ ਤੇ ਬੀਜਾਪੁਰ ਦੇ ਜਿਹੜੇ ਸੁਲਤਾਨ ਸੀਗੇ, ਉਹਨਾਂ ਨੇ ਵਿਜੇਨਗਰ ਦੇ ਸ਼ਾਸਕਾਂ ਨੇ ਜਿਹੜਾ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਬੜੀ ਰੁਚੀ ਲਈ ਅਤੇ ਇਹਨਾਂ ਨੇ ਭਾਸ਼ਾਵਾਂ ਅਤੇ ਉਹਨਾਂ ਨੇ ਇਹਨਾਂ ਭਾਸ਼ਾਵਾਂ ਤੇ ਵਿਦਵਾਨਾਂ ਤੇ ਕਵੀਆਂ ਦੀ ਸਰਪ੍ਰਸਤੀ ਕੀਤੀ ਸੀ। ਇਸ ਤਰ੍ਹਾਂ ਦੇਖਦੇ ਦੱਖਣੀ ਭਾਰਤ ਵਿੱਚ ਵੀ ਕਈ ਭਗਤਾਂ ਨੇ ਉਸ ਸਮੇਂ ਰੁਚੀ ਦਿਖਾਈ ਸੀ। ਤਾਮਿਲ ਭਾਸ਼ਾ ਦਾ ਵੀ ਬੜਾ ਵਿਕਾਸ ਹੋਇਆ। ਤਾਂ ਇਸ ਤਰ੍ਹਾਂ ਹੀ ਦੇਖਦੇ ਹਾਂ ਕਿ ਮੁਸਲਿਮ ਸਲਤਨਤ ਦੇ ਵਿੱਚ ਕਲਾ ਅਤੇ ਸਾਹਿਤ ਦਾ ਵੀ ਉਸ ਸਮੇਂ ਕਾਫੀ ਵਿਕਾਸ ਹੋਇਆ ਸੀਗਾ। ਬਾਹਮਣੀ ਰਾਜ ਦੇ ਵਿੱਚ ਅਤੇ ਬਾਹਮਣੀ ਸਾਮਰਾਜ ਤੋਂ ਬਾਅਦ ਜਦੋਂ 5 ਸਲਤਨਤ ਨੇ ਰਾਜ ਕੀਤਾ, ਉਹਨਾਂ ਦੇ ਦੌਰਾਨ ਵੀ ਅਤੇ ਬਾਅਦ ਦੇ ਵਿੱਚ ਸਾਹਿਤ ਦੇ ਵਿੱਚ ਵੀ ਕਾਫੀ ਉન્નਤੀ ਹੋਈ ਸੀ। ਇਸ ਤੋਂ ਬਾਅਦ ਨੈਕਸਟ ਅਸੀਂ ਕਰਦੇ ਹਾਂ ਕਿ ਬਾਹਮਣੀ ਸਾਮਰਾਜ ਦੇ ਸਮਾਜਿਕ ਅਤੇ ਧਾਰਮਿਕ ਜੀਵਨ ਦੇ ਬਾਰੇ, ਕਿ ਉਸ ਸਮੇਂ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ, ਸੋਸ਼ਲ ਲਾਈਫ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਹਿੰਦੂਆਂ ਦੇ ਵਿੱਚ ਜਾਤੀ ਪ੍ਰਥਾ। ਕਿ ਸੋਸ਼ਲ ਲਾਈਫ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਹਿੰਦੂਆਂ ਦੀ ਜਾਤੀ ਪ੍ਰਥਾ ਭਾਵ ਕਿ ਕਾਸਟ ਸਿਸਟਮ ਅਮੰਗ ਦਾ ਹਿੰਦੂਜ਼, ਹਿੰਦੂਆਂ ਦੀ ਜਾਤੀ ਪ੍ਰਥਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਹਿੰਦੂ ਜਿਹੜਾ ਸਮਾਜ ਸੀ ਉਹ ਵਿਸ਼ੇਸ਼ ਕਰਕੇ 4 ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਸ਼ੂਦਰ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਤਰਸਯੋਗ ਸੀ। ਸਮਾਜ ਦੇ ਵਿੱਚ ਬ੍ਰਾਹਮਣਾਂ ਨੂੰ ਬਹੁਤ ਹੀ ਉੱਚਾ ਸਥਾਨ ਪ੍ਰਾਪਤ ਸੀ। ਉਸ ਸਮੇਂ ਜੇ ਅਸੀਂ ਇਤਿਹਾਸ ਦੀ ਤੇ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਬ੍ਰਾਹਮਣਾਂ ਨੂੰ ਬਹੁਤ ਸਾਰੀਆਂ ਜ਼ਮੀਨਾਂ ਦਿੱਤੀਆਂ ਗਈਆਂ ਸਨ, ਬਹੁਤ ਸਾਰੀਆਂ ਜਗੀਰਾਂ ਦਿੱਤੀਆਂ ਗਈਆਂ ਸਨ। ਤਾਂ ਉਸ ਸਮੇਂ ਬਾਅਦ ਦੇ ਵਿੱਚ ਲੇਕਿਨ ਦੂਸਰੇ ਪਾਸੇ ਦੇਖਦੇ ਹਾਂ ਕਿ ਜਿਹੜੀ ਨੀਵੀਂ ਜਾਤ ਸੀ ਉਹ ਜਾਂ ਤਾਂ ਪਿੰਡ ਤੋਂ ਬਾਹਰ ਰਹਿੰਦੇ ਸੀ ਜਾਂ ਉਹਨਾਂ ਪਿੰਡਾਂ ਜਾਂ ਸ਼ਹਿਰਾਂ ਤੋਂ ਕੁਝ ਫਾਸਲੇ 'ਤੇ ਉਹਨਾਂ ਦਾ ਨਿਵਾਸ ਸਥਾਨ ਹੁੰਦਾ ਸੀਗਾ। ਦੂਜੇ ਪਾਸੇ ਦੇਖਦੇ ਹਾਂ ਕਿ ਉੱਚੇ ਅਹੁਦਿਆਂ 'ਤੇ ਬ੍ਰਾਹਮਣਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ। ਸੈਕਿੰਡ ਪੁਆਇੰਟ ਹੈ ਸਾਡੇ ਕੋਲ ਮੁਸਲਮਾਨਾਂ ਦੀਆਂ ਸ਼੍ਰੇਣੀਆਂ। ਮੁਸਲਮਾਨਾਂ ਦੀਆਂ ਸ਼੍ਰੇਣੀਆਂ ਕਿ ਕਲਾਸਿਸ ਆਫ ਦਾ ਮੁਸਲਿਮਸ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਤਰੀ ਭਾਰਤ ਵਾਂਗ ਦੱਖਣੀ ਭਾਰਤ ਵਿੱਚ ਵੀ 2 ਤਰ੍ਹਾਂ ਦੇ ਮੁਸਲਿਮਸ ਰਹਿੰਦੇ ਸਨ। ਸੁੰਨੀ ਔਰ ਸ਼ੀਆ ਸੰਪਰਦਾਇਆਂ ਦੇ ਵਿੱਚ ਵੰਡੇ ਹੋਏ ਸੀਗੇ, ਕਿਉਂਕਿ ਬਾਹਮਣੀ ਰਾਜ ਦੇ ਸੁਲਤਾਨ ਸ਼ੀਆ ਮਤ ਦੇ ਅਨੁਯਾਈ ਸਨ। ਇਸ ਕਰਕੇ ਦੱਖਣ ਸਲਤਨਤ ਵਿੱਚ ਸ਼ੀਆ ਮੁਸਲਮਾਨਾਂ ਦੀ ਸਥਿਤੀ ਵਧੇਰੇ ਚੰਗੀ ਸੀਗੀ। ਕਹਿੰਦੇ ਕਿ ਬਾਹਮਣੀ ਸੁਲਤਾਨਾਂ ਦੇ ਦਰਬਾਰ ਵਿੱਚ ਵੱਖ-ਵੱਖ ਵਰਗਾਂ ਦੇ ਜਿਹੜੇ ਉਸ ਸਮੇਂ ਦੇ ਸਰਦਾਰ ਸੀਗੇ, ਜਿਨ੍ਹਾਂ ਦੇ ਵਿੱਚ ਤੁਰਕ, ਅਰਬ, ਈਰਾਨੀ, ਭਾਰਤੀ, ਮੁਸਲਮਾਨ ਜਿਹੜੇ ਉਹ ਸਾਰੇ ਲੇਕਿਨ ਇੱਕ ਦੂਜੇ ਨਾਲ ਈਰਖਾ ਕਰਦੇ ਸੀਗੇ ਔਰ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਚੰਗਾ ਦਿਖਾਉਣ ਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਉਸ ਸਮੇਂ ਦੇ ਅਸੀਂ ਉੱਚੀ ਸ਼੍ਰੇਣੀ ਦੇ ਅਗਰ ਮੁਸਲਿਮਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਰਹਿਣਾ ਸਹਿਣਾ ਬਹੁਤ ਚੰਗਾ ਸੀ ਔਰ ਲੇਕਿਨ ਨੀਵੀਂ ਸ਼੍ਰੇਣੀ ਦੇ ਮੁਸਲਮਾਨਾਂ ਦਾ ਰਹਿਣਾ ਸਹਿਣਾ ਜਿਹੜਾ ਉਹ ਉਹਨਾਂ ਦੇ ਮੁਕਾਬਲੇ ਜ਼ਿਆਦਾ ਚੰਗਾ ਨਹੀਂ ਸੀ। ਨੈਕਸਟ ਹੈ ਇਸਤਰੀਆਂ ਦੀ ਸਥਿਤੀ, ਪੋਜੀਸ਼ਨ ਆਫ ਦਾ ਵੂਮਨ। ਉਸ ਸਮੇਂ ਦੱਖਣੀ ਰਾਜਾਂ ਦੇ ਸਮਾਜ ਦੇ ਵਿੱਚ ਇਸਤਰੀਆਂ ਦੀ ਸਥਿਤੀ ਬਹੁਤ ਜ਼ਿਆਦਾ ਚੰਗੀ ਸੀ। ਇਸਤਰੀਆਂ ਨੂੰ ਬੜੀ ਫਰੀडम ਸੀ, ਬੜੀ ਆਜ਼ਾਦੀ ਸੀ। ਇਸਤਰੀਆਂ ਬਹੁਤ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ, ਉਹ ਸਾਰੇ ਕੰਮਾਂ-ਕਾਰਾਂ ਦੇ ਵਿੱਚ ਉਹ ਭਾਗ ਲੈਂਦੀਆਂ ਸਨ। ਲੇਕਿਨ ਬਾਲ ਵਿਆਹ, ਸਤੀ ਪ੍ਰਥਾ, ਵੇਸ਼ਵਾਪਣ, ਇਹ ਕੁਝ ਬੁਰਾਈਆਂ ਵੀ ਉਸ ਸਮੇਂ ਪ੍ਰਚਲਿਤ ਸਨ। ਰਾਜ ਅਤੇ ਉੱਚ ਵਰਗ ਦੇ ਸਰਦਾਰ ਕਈ ਇਸਤਰੀਆਂ ਦੇ ਨਾਲ ਉਸ ਸਮੇਂ ਵਿਆਹ ਕਰਦੇ ਸਨ। ਨੈਕਸਟ ਹੈ ਸਾਡੇ ਕੋਲ ਭੋਜਨ, ਫੂਡ। ਭੋਜਨ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਵਿੱਚ ਉਸ ਸਮੇਂ ਭੋਜਨ ਦੇ ਵਿੱਚ ਅਨਾਜ, ਦਾਲਾਂ, ਫਲਾਂ, ਸਬਜ਼ੀਆਂ ਦਾ ਭੋਜਨ ਕਰਦੇ ਸਨ। ਉੱਚੀਆਂ ਜਾਤਾਂ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਘਿਓ ਦੀ ਵਰਤੋਂ ਕਰਦੇ ਸੀਗੇ। ਬ੍ਰਾਹਮਣ, ਜੈਨ ਆਦਿ ਵੈਸ਼ਨੂ ਹੁੰਦੇ ਸੀ ਅਤੇ ਬਾਕੀ ਦੇ ਲੋਕ ਜਿਹੜੇ ਹੈ ਉਹ ਮਾਸਾਹਾਰੀ ਹੁੰਦੇ ਸੀਗੇ। ਉਸ ਸਮੇਂ ਲੋਕ ਉਹ ਸਾਰੇ ਲਗਭਗ ਜਾਨਵਰਾਂ ਦਾ ਉਹ ਮਾਸ ਉਸ ਸਮੇਂ ਖਾ ਲੈਂਦੇ ਸੀਗੇ। ਉਸ ਤੋਂ ਬਾਅਦ 5th ਪੁਆਇੰਟ ਹੈ ਸਾਡੇ ਕੋਲ ਕੱਪੜੇ ਅਤੇ ਗਹਿਣੇ, ਡਰੈਸ ਐਂਡ ਔਰਨਾਮੈਂਟਸ। ਉਸ ਸਮੇਂ ਦੇ ਲੋਕ ਜਿਹੜੇ ਸੂਤੀ ਅਤੇ ਰੇਸ਼ਮੀ ਕੱਪੜੇ ਪਾਉਂਦੇ ਸੀਗੇ। ਜਿਹੜੇ ਅਮੀਰ ਭਾਵ ਰਾਜੇ, ਸੁਲਤਾਨ, ਉੱਚ ਵਰਗ ਦੇ ਅਧਿਕਾਰੀ ਹੁੰਦੇ ਸਨ, ਉਹ ਕੋਈ ਆਪਣਾ ਬਹੁਤ ਹੀ ਕੀਮਤੀ ਵਸਤਰ ਪਾਉਂਦੇ ਸੀਗੇ। ਲੇਕਿਨ ਗਰੀਬ ਲੋਕ ਜਿਹੜੇ ਸੀ ਉਹ ਧੋਤੀ ਪਾਉਂਦੇ ਸੀਗੇ ਔਰ ਕਈ ਵਾਰੀ ਬਹੁਤ ਘੱਟ ਕੱਪੜੇ ਉਹ ਲੋਕ ਪਾਉਂਦੇ ਸੀ। ਜੁੱਤੀਆਂ ਦੀ ਵਰਤੋਂ ਘੱਟ ਹੁੰਦੀ ਸੀ। ਬਹੁਤੇ ਲੋਕ ਨੰਗੇ ਪੈਰੀ ਹੀ ਘੁੰਮਦੇ ਸਨ। ਪੁਰਸ਼ ਅਤੇ ਇਸਤਰੀਆਂ ਦੋਨੋਂ ਹੀ ਗਹਿਣੇ ਯੂਜ਼ ਕਰਦੇ ਸੀ, ਗਹਿਣੇ ਪਾਉਂਦੇ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮਨੋਰੰਜਨ, ਐਂਟਰਟੇਨਮੈਂਟ। ਮਨੋਰੰਜਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਸਮੇਂ ਦੇ ਮਨੋਰੰਜਨ ਦੇ ਸਾਧਨਾਂ ਦੇ ਕੁਸ਼ਤੀਆਂ, ਪਸ਼ੂ ਪੰਛੀਆਂ ਦੀਆਂ ਲੜਾਈਆਂ, ਦੌੜਾਂ, ਜੂਆ, ਨਾਚ ਗਾਣਾ, ਇਹ ਸਾਰੇ ਐਂਟਰਟੇਨਮੈਂਟ ਦੇ ਉਸ ਸਮੇਂ ਸਾਧਨ ਸੀਗੇ ਮਨੋਰੰਜਨ ਦੇ ਔਰ ਇਸ ਤਰ੍ਹਾਂ ਮਨੋਰੰਜਨ ਉਹ ਲੋਕ ਕਰਦੇ ਸੀਗੇ। ਉਸ ਤੋਂ ਬਾਅਦ ਸਿੱਖਿਆ ਹੈਗੀ ਹੈ ਕਿ ਸਿੱਖਿਆ ਦਾ ਆਰੰਭਿਕ ਸਿੱਖਿਆ ਦਾ ਕੰਮ ਜਿਹੜਾ ਹੈ ਪ੍ਰਬੰਧ ਉਸ ਪਿੰਡ ਦੇ ਸਕੂਲਾਂ ਵਿੱਚ ਹੀ ਹੁੰਦਾ ਸੀਗਾ ਅਤੇ ਬਾਅਦ ਦੇ ਵਿੱਚ ਮੱਠਾਂ ਦੇ ਵਿੱਚ, ਬੌਧ ਵਿਹਾਰਾਂ ਦੇ ਵਿੱਚ ਸਿੱਖਿਆ ਉਹ ਦਿੱਤੀ ਜਾਂਦੀ ਸੀਗੀ। ਉਸ ਤੋਂ ਬਾਅਦ
ਨੈਕਸਟ ਹੈ ਸਾਡੇ ਕੋਲ ਧਾਰਮਿਕ ਜੀਵਨ ਦੇ ਵਿੱਚ ਹਿੰਦੂ ਜੀਵਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਸਮੇਂ ਹਿੰਦੂ ਜੀਵਨ ਬਹੁਤ ਜ਼ਿਆਦਾ ਪ੍ਰਚਲਿਤ ਸੀਗਾ। ਉਸ ਸਮੇਂ ਹਿੰਦੂ ਦੇਵੀ ਦੇਵਤਿਆਂ, ਵੇਦਾਂ, ਪੁਰਾਣਾਂ, ਬ੍ਰਾਹਮਣਾਂ ਦਾ ਜਿਹੜਾ ਉਹ ਸਤਿਕਾਰ ਕੀਤਾ ਜਾਂਦਾ ਸੀਗਾ ਅਤੇ ਕਈ ਮੌਕਿਆਂ 'ਤੇ ਬਲੀਆਂ ਵੀ ਦਿੱਤੀਆਂ ਜਾਂਦੀਆਂ ਸਨ। ਅਤੇ ਇਸਲਾਮ 'ਚ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਸ਼ੀਆ ਸੰਪਰਦਾਇ ਦਾ ਬੋਲਬਾਲਾ ਉਸ ਸਮੇਂ ਬਹੁਤ ਜ਼ਿਆਦਾ ਸੀ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵਿਦਿਆਰਥੀਓ ਕਿ ਬਾਹਮਣੀ ਸਾਮਰਾਜ ਦੇ ਬਾਰੇ ਤੁਸੀਂ ਚੰਗੇ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕੀਤੀ। ਤਾਂ ਉਮੀਦ ਹੈ ਕਿ ਤੁਸੀਂ ਸਾਰੇ ਪੁਆਇੰਟਸ ਵੀ ਨੋਟ ਕਰ ਲਏ ਹੋਣਗੇ ਔਰ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਵੀ ਆ ਗਿਆ ਹੋਣਾ। ਧੰਨਵਾਦ।